ਸਾਡਾ ਜਿਹੜਾ ਬੱਚਾ ਆ ਚਾਹੇ ਉਹ ਕਿਤੇ ਬਾਰਡਰ ਏਰੀਏ ਦੇ ਵਿੱਚ ਬੈਠਾ ਆ ਚਾਹੇ ਕਿਤੇ ਰਿਮੋਟ ਏਰੀਏ ਦੇ ਵਿੱਚ ਬੈਠਾ ਆ ਔਰ ਅਸੀਂ ਉਹਨੂੰ ਐਜੂਕੇਟ ਕਰਕੇ ਉਹਨੂੰ ਸਮੇਂ ਦਾ ਹਾਣੀ ਬਣਾ ਕੇ ਤੇ ਚੰਗਾ ਨਾਗਰਿਕ ਬਣਾਈਏ। ਔਰ ਬਦਕਿਸਮਤੀ ਕੀ ਆ ਕਿ ਇਹ ਰਾਜਨੀਤੀ ਦੇ ਵਿੱਚ ਬਦਲਾਅ ਕਰਨ ਵਾਲੇ ਲੋਕ ਮੈਨੂੰ ਲੱਗਦਾ ਉਦੋਂ ਵੀ ਪਿੱਛੇ ਚਲੇ ਗਏ ਔਰ ਉਹਦੀ ਖਾਸ ਕਰਕੇ ਜਿਹੜੀ ਮੈਂ ਪਿਛਲੇ ਇਹਨਾਂ ਦਾ ਜਿਹੜਾ 6.5 ਸਾਲ ਦਾ 7 ਸਾਲ ਦਾ ਕਾਰਜਕਾਲ ਆ ਅੱਛਾ ਇਹਨਾਂ ਸਾਡੇ ਤਾਂ ਬੇਸਿਕਲੀ 41,000 ਸਮਾਰਟ ਕਮਰੇ ਬਣੇ ਆ ਇਹਨਾਂ ਦੇ ਤਾਂ ਉਹਦੇ ਮੁਕਾਬਲੇ ਸਕੂਲ ਹੀ 1000 ਹੈ ਔਰ ਜੇ ਮੈਂ PGI ਇੰਡੈਕਸ ਦੀ ਗੱਲ ਕਰਾਂ ਉਹਦੇ ਵਿੱਚ ਪਤਾ ਨਹੀਂ ਇਹ ਕਿਹੜੇ ਪੈਰਾਮੀਟਰਸ ਦੇਖਣਾ ਚਾਹੁੰਦੇ ਆ ਪਤਾ ਨਹੀਂ ਇਹ ਕਿਹੜੇ ਪੈਰਾਮੀਟਰਸ ਦੀ ਗੱਲ ਕਰਨਾ ਚਾਹੁੰਦੇ ਆ ਆ ਜਿਹੜੀ ਲੇਟੈਸਟ PGI ਸਕੋਰ ਆ ਇਹ ਪਹਿਲਾਂ ਤਾਂ ਮੈਨੂੰ ਯਾਦ ਆ ਕਿ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ MLA ਇਹ ਕਹਿੰਦੇ ਥੱਕਦੇ ਨਹੀਂ ਸੀ ਵੀ ਜੀ ਸਾਡਾ ਤਾਂ ਜਿਹੜਾ ਐਜੂਕੇਸ਼ਨ ਦਾ ਸਿਸਟਮ ਇੰਨਾ ਵਧੀਆ ਜੀ ਸਾਡਾ ਤਾਂ ਜੀ ਸਕੋਰ ਇੰਨਾ ਜੀ ਸਾਡਾ ਸਕੋਰ ਇੰਨਾ ਮੈਂ ਸਕੋਰ ਤੁਹਾਡੇ ਸਾਰਿਆਂ ਕੋਲ ਵੈਸੇ ਤਾਂ ਆ ਵੀ ਗਿਆ ਹੁਣ ਮੈਂ ਕਾਪੀਆਂ ਦੇਤੀਆਂ ਹੈਗੀਆਂ ਕੁਆਲਿਟੀ ਦੇ ਵਿੱਚ ਪੰਜਾਬ ਦੇ 126 ਸਕੋਰ ਆ ਤੇ ਦਿੱਲੀ ਦੇ 124 ਆ ਐਕਸੈਸ ਦੇ ਵਿੱਚ ਸਾਡੇ 79 ਆ ਇਹਨਾਂ ਦੇ 77 ਆ ਇਨਫਰਾਸਟ੍ਰਕਚਰ ਦੇ ਵਿੱਚ ਸਾਡੇ 150 ਆ ਇਹਨਾਂ ਦੇ 149 ਆ ਇਕੁਇਟੀ ਦੇ ਵਿੱਚ ਸਾਡੇ 228 ਆ ਇਹਨਾਂ ਦੇ 224 ਆ ਗਵਰਨੈਂਸ ਦੇ ਵਿੱਚ ਸਾਡੇ 346 ਆ ਇਹਨਾਂ ਦੇ 324 ਆ ਅੱਛਾ ਅਸੀਂ ਕਿਸੇ ਟਾਈਮ 22ਵੇਂ ਰੈਂਕਿੰਗ ਤੇ ਸੀ ਇਹ ਉਸ ਟਾਈਮ ਚੌਥੇ ਰੈਂਕਿੰਗ ਤੇ ਸੀ ਤੇ ਅੱਜ ਪੰਜਾਬ ਪਹਿਲੇ ਨੰਬਰ ਤੇ ਆ ਤੇ ਇਹ 6ਵੇਂ ਨੰਬਰ ਤੇ ਚਲੇ ਗਏ ਅੱਛਾ ਮੈਂ ਸੋਚਦਾ ਸੀ ਵੀ ਇਦਾਂ ਦੀ ਰਾਜਨੀਤੀ ਵੱਲ ਨੂੰ ਨਾ ਤੁਰਿਆ ਜਾਵੇ ਇਦਾਂ ਦੀ ਰਾਜਨੀਤੀ ਦਾ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਸੀ ਤਾਂ ਸੂਬੇ ਸਮਾਂ ਤੇ ਇੱਕ ਦੂਸਰੇ ਕੋਲੋਂ ਜਿਹੜੀਆਂ ਕੋਈ ਚੰਗੀਆਂ ਚੀਜ਼ਾਂ ਹੁੰਦੀਆਂ ਉਹਨੂੰ ਲੈ ਕੇ ਅੱਗੇ ਤੁਰਨ ਉਹਨੂੰ ਲੈ ਕੇ ਅਸੀਂ ਇੱਕ ਦੂਸਰੇ ਕੋਲੋਂ ਚੰਗੀਆਂ ਚੀਜ਼ਾਂ ਸਿੱਖੀਏ ਰਾਜਨੀਤੀ ਚੰਗੇ ਸਿਸਟਮ ਨੂੰ ਪ੍ਰਮੋਟ ਕਰੀਏ ਪਰ ਬਦਕਿਸਮਤੀ ਇਹ ਘਟੀਆ ਇਹੋ ਜਿਹੇ ਲੈਵਲ ਤੇ ਆ ਗਏ ਔਰ ਫਿਰ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਸਾਡਾ ਪਿਛਲੇ 3 ਸਾਲਾਂ ਦੇ ਵਿੱਚ 5% 14% ਤੇ 14% ਜਿਹੜਾ ਆ ਸਕੂਲਾਂ ਦੇ ਵਿੱਚ ਐਡਮਿਸ਼ਨ ਜਿਹੜੀ ਉਹ ਵਧੀ ਆ ਔਰ ਇਹਨਾਂ ਦੇ 2013 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਇਹਨਾਂ ਦਾ ਕਾਰਜਕਾਲ ਆ ਉਹਦੇ ਵਿੱਚ 91,000 ਬੱਚੇ ਸਕੂਲ ਜਿਹੜੇ ਆ ਸਕੂਲਾਂ ਚੋਂ ਘਟੇ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਵਧੇ ਆ ਅੱਛਾ ਮੈਨੂੰ ਇਹ ਨਹੀਂ ਹੋਰ ਸਮਝ ਆਉਂਦੀ ਵੀ ਸਾਡਾ ਜਿਹੜਾ ਅਧਿਆਪਕ ਆ ਉਹਨੇ ਪਿਛਲੇ ਸਮੇਂ 'ਚ ਇੰਨੀ ਮਿਹਨਤ ਕੀਤੀ ਆ NRIs ਨੇ ਇੰਨੀ ਮਿਹਨਤ ਕੀਤੀ ਆ ਔਰ ਉਹਨਾਂ ਪਿੰਡ ਦੇ ਲੋਕਾਂ ਨੇ ਇੰਨੀ ਮਿਹਨਤ ਕੀਤੀ ਆ ਕਿ ਸਾਡਾ ਇਕੱਲੇ ਐਜੂਕੇਸ਼ਨ ਮਹਿਕਮੇ ਦੀ ਗੱਲ ਨਹੀਂ ਹੈ ਇਹ ਤਾਂ ਅਸਲੀ ਗੱਲ ਹੈ ਪੰਜਾਬੀਆਂ ਨੂੰ ਚੈਲੰਜ ਕਰਨ ਆ ਗਏ ਇਹ ਤਾਂ ਪੰਜਾਬੀਆਂ ਨੂੰ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਬੇਸਿਕਲੀ ਇਹ ਸੋਚ ਨਾਲ ਅੱਗੇ ਚੱਲੇ ਸੀ ਇਹ ਪੰਜਾਬ ਉਦਾਂ ਹੀ ਨਹੀਂ ਨੰਬਰ 1 ਆਇਆ ਹਾਂ ਪਿਛਲੇ ਸਮੇਂ 'ਚ ਸਮੱਸਿਆਵਾਂ ਆਈਆਂ ਅੱਛਾ ਇਹ ਵੀ ਨਹੀਂ ਮੈਂ ਇਗਨੋਰ ਕਰਦਾ ਵੀ ਹਾਂ ਵੀ ਕਿਤੇ ਹੁਣ ਵੀ ਥੋੜੀਆਂ ਬਹੁਤੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਅੱਛਾ ਜਦੋਂ ਤੁਸੀਂ ਤੇ ਮਿਊਨਿਸਪੈਲਿਟੀ ਚਲਾਉਣੇ ਤੁਹਾਡੇ ਕੋਲ ਹੈ ਕੀ ਆ ਮੈਂ ਕਿਸੇ ਵੀ ਸਕੂਲ 'ਚ ਚਲੇ ਜਾਵਾਂ ਉਹਦੀਆਂ ਫੋਟੋਆਂ ਖਿੱਚ ਕੇ ਮੰਨ ਲਓ ਕਿਤੇ ਕੋਈ ਹੋ ਸਕਦਾ ਕੋਈ ਮਾੜੀ ਮੋਟੀ ਸਮੱਸਿਆ ਹੋਵੇ ਅੱਛਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਿਸੋਦੀਆ ਜੀ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਤੁਸੀਂ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਇਨ ਵਾਟ ਕੈਪੈਸਿਟੀ ਯੂ ਆਰ ਗੋਇੰਗ ਦੇਅਰ ਕਿਸ ਕੈਪੈਸਿਟੀ ਨਾਲ ਤੁਸੀਂ ਉੱਥੇ ਜਮਾਵੜਾ ਬਣਾ ਕੇ ਤੁਸੀਂ ਉੱਥੇ ਬਈ ਤੁਸੀਂ ਪਰਮਿਸ਼ਨ ਲੈ ਲਓ ਮੈਂ ਤਾਂ ਅਸਲੀ ਗੱਲ ਹੈ ਮੈਂ ਤਾਂ ਇਹਨਾਂ ਨੂੰ ਅਨਫੋਰਚੂਨੇਟਲੀ ਇਹ ਇਹੋ ਜੀ ਜਿਹੜੀ ਗੰਦੀ ਸੋਚ ਹੈ ਇਹ ਤਾਂ ਅੱਛਾ ਮੈਂ ਤਾਂ ਹੋਰ ਗੱਲ ਕਰਦਾ ਮੈਂ ਤਾਂ ਕਹਿੰਦਾ ਵੀ ਇਹਨਾਂ ਨਾਲ ਲੀਡਰ ਦਾ ਕੋਈ ਚੱਕਦਾ ਰਿਹਾ ਨਹੀਂ ਵੀ ਪੰਜਾਬ ਦੇ ਲੀਡਰਾਂ ਨੂੰ ਪੁੱਛ ਲਓ ਇਹਨਾਂ ਨੇ ਸਕੂਲ ਦਾ ਕਿੱਦਾਂ ਇਸ਼ੂ ਜਿਹੜੇ ਚੱਕੇ ਹੈਗੇ ਆ ਜਿਹੜੇ ਇਹਨਾਂ ਦੇ MLA ਸਵਾਏ ਫੂਲਕਾ ਸਾਹਿਬ ਤੋਂ ਮੈਂ ਜਦੋਂ ਵੀ ਜਿੱਥੇ ਵੀ ਜਿਹੜਾ ਵੀ ਕੰਮ ਹੋਇਆ ਮੰਨ ਲਓ ਡਾਕਟਰ ਰੁਪਿੰਦਰਜੀਤ ਕੌਰ ਸੀ ਉਹਨਾਂ ਦੇ
ਸਮੇਂ ਤੇ ਰਿਫਾਰਮ ਸ਼ੁਰੂ ਹੋਏ ਸੀ ਐਜੂਕੇਸ਼ਨ ਮਹਿਕਮੇ 'ਚ, ਮੈਂ ਤਾਂ ਉਹਨਾਂ ਦੀ ਵੀ ਸਲਾਹਨਾ ਕਰਦਾ। ਈਵਨ ਕਿ ਸਾਡੇ ਪਿਛਲੇ 4.5 ਸਾਲ, ਮੈਂ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਦਾ ਕਈ ਇਸ਼ੂਜ਼ ਤੇ ਕ੍ਰਿਟਿਕਸ ਹੋਵਾਂ, ਬਟ ਐਟ ਦਾ ਸੇਮ ਟਾਈਮ ਪਿਛਲੇ 4.5 ਸਾਲਾਂ ਦੇ ਵਿੱਚ ਜਿਹੜੇ ਪੈਰਾਮੀਟਰ ਜਾਂ ਜਿਹਨੂੰ ਸਪੋਰਟ ਕੀਤਾ, ਮੈਂ ਤਾਂ ਉਸ ਗੱਲ ਦੀ ਵੀ ਸਪੋਰਟ ਕਰਦਾ। ਮੇਰੇ ਹੋ ਸਕਦਾ ਹੋਰ ਡਿਫਰੈਂਸਸ ਹੋਣ, ਬਟ ਐਟ ਦਾ ਸੇਮ ਟਾਈਮ ਇੰਨੀ ਘਟੀਆ ਰਾਜਨੀਤੀ। ਅੱਛਾ, ਮੈਂ ਇਹਨਾਂ ਨੂੰ ਕਿਹਾ ਵੀ ਲਿਆਓ ਬਈ, ਜਿਹੜੇ ਮੈਂ ਗੱਲ ਕਹਿਣ ਡਿਆ ਉਹਦੇ ਤੇ ਤਾਂ ਗੌਰ ਨਹੀਂ ਕਰਦੇ। 250 ਦੀ ਕੀ ਮੈਂ ਇਹਨਾਂ ਨਾਲ ਕੰਪੇਅਰ ਕੀ ਕਰਾਂ, ਮੈਨੂੰ ਤਾਂ ਇਹ ਨਹੀਂ ਸਮਝ ਆਈ ਬਈ ਜਿਨ੍ਹਾਂ ਦੇ ਜਿਹੜੀ ਮਿਊਨਿਸਪੈਲਿਟੀ ਦੇ ਵਿੱਚ ਇਹਨਾਂ ਕੋਲ 1000 ਕੁਛ ਸਕੂਲ ਆ ਤੇ ਸਾਡੇ ਕੋਲ 19,322 ਸਕੂਲ ਆ, ਉਹਨਾਂ ਦਾ ਕੰਪੇਅਰ ਕੀ ਕਰ ਲਵਾਂ ਮੈਂ। ਅੱਛਾ, ਅਸੀਂ ਕਹਿੰਦੇ ਜੀ ਅਧਿਆਪਕਾਂ ਨੂੰ, ਸਾਡੇ ਅਧਿਆਪਕਾਂ ਨੇ ISB ਤੋਂ ਟ੍ਰੇਨਿੰਗ ਲਈ ਆ, ਅਸੀਂ ਕੈਨੇਡਾ ਭੇਜੇ ਸੀ ਟ੍ਰੇਨਿੰਗ ਲਈ, ਔਰ ਸਾਡੀ ਆਨਲਾਈਨ ਪਾਲਿਸੀ ਜਿਹੜੀ ਆ, ਖਾਸ ਕਰਕੇ ਕਿਉਂਕਿ ਸਾਡਾ ਬਾਰਡਰ ਏਰੀਆ ਸੀ, ਉਹਦੇ ਵਿੱਚ 29,000 ਟੀਚਰ। ਇਹ ਦੱਸ ਤਾਂ ਦੇਣ ਵੀ ਇਹਨਾਂ ਨੇ ਕਦੀ ਇਸ ਟੌਪਿਕ ਤੇ ਕੰਮ ਕੀਤਾ। ਔਰ ਮੈਨੂੰ ਤਾਂ ਇਸ ਗੱਲ ਦੀ ਹੈਰਾਨਗੀ ਆ ਵੀ ਜੇ ਮੁਕਾਬਲਾ ਹੀ ਕਰਨਾ ਤੇ ਤੁਸੀਂ ਆਪਣਾ ਹੀ ਮੁਕਾਬਲਾ ਆਪ ਹੀ ਕਰ ਲਓ। ਤਾਂ ਜਦੋਂ ਸ਼ੀਲਾ ਦੀਕਸ਼ਿਤ ਜੀ ਦੀ ਸਰਕਾਰ ਸੀ ਦਿੱਲੀ, ਉਹਦੇ ਮੁਕਾਬਲੇ ਤੁਸੀਂ ਦੇਖ ਲਓ। ਅੱਜ ਦੀ ਤਰੀਕ ਦੇ ਵਿੱਚ ਜਿਹੜੀ ਟੀਚਰ ਸਟੂਡੈਂਟ ਰੇਸ਼ੋ ਆ, ਇਹਨਾਂ ਦੀ 35 ਆ, ਇੱਕ ਟੀਚਰ 35 ਬੱਚਿਆਂ ਨੂੰ ਪੜਾਉਂਦਾ, ਸਾਡਾ 24 ਟੀਚਰ ਹੈਗੇ ਆ। ਅੱਛਾ, ਫਿਰ ਜੇ ਇਹਨਾਂ ਦੇ ਇੰਨੇ ਚੰਗੇ ਸਕੂਲ ਆ ਤੇ ਫਿਰ ਇਹਨਾਂ ਦੇ ਸਕੂਲਾਂ ਦੇ ਵਿੱਚੋਂ ਦਾਖਲਾ ਕਦੋਂ ਘਟ ਰਿਹਾ? 91,000 ਬੱਚਾ ਜਿਹੜਾ ਆ ਇਹਨਾਂ ਦੇ ਸਕੂਲਾਂ ਦੇ ਵਿੱਚੋਂ ਜਿਹੜਾ ਉਹ ਘਟਿਆ। ਔਰ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਦੇ 10ਵੀਂ ਦੇ ਰਿਜ਼ਲਟ ਜਿਹੜੇ ਸਾਡੇ ਨਾਲ ਕੰਪੇਅਰ ਕਰਕੇ ਦੇਖ ਲਓ। ਤੇ ਪਿਛਲੇ ਜਦੋਂ ਆਏ ਸੀ ਨਾ, ਕਹਿੰਦੇ ਸੀ ਮੈਂ 500 ਨਵੇਂ ਸਕੂਲ ਖੋਲੂੰਗਾ। ਇਹਨਾਂ ਨੂੰ ਕੇਜਰੀਵਾਲ ਜੀ ਇੱਕ ਵੀ ਦੱਸ ਦਿਓ ਵੀ ਇੱਕ ਵੀ ਸਕੂਲ ਨਵਾਂ ਖੋਲਿਆ ਹੋਵੇ। ਅੱਛਾ, ਕੰਪੇਅਰ ਸਾਡੇ ਨਾਲ ਕਰਨ ਆ ਗਏ ਕਿਉਂਕਿ ਉੱਥੇ ਸਰਪਲਸ ਬਜਟ ਆ। ਅੱਛਾ, ਤੁਹਾਡੇ ਕੋਲ ਮਿਊਨਿਸਪੈਲਿਟੀ ਚਲਾਉਣੇ ਆ, ਸਾਡੇ ਕੋਲ 19,000 ਸਕੂਲ ਆ, ਤੁਹਾਡੇ ਕੋਲ 1000 ਸਕੂਲ ਆ। ਅੱਛਾ, ਉਹਦੇ ਤੋਂ ਇਲਾਵਾ ਵੀ ਇਹਨਾਂ ਕੋਲ 22,000 ਦੀ ਗੈਸਟ ਫੈਕਲਟੀ ਆ। ਬਈ ਜੇ 22,000 ਦੀ ਗੈਸਟ ਫੈਕਲਟੀ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਪੱਕੇ ਕਿੰਨਾ ਕੁ ਕੀਤਾ? ਇੱਥੇ ਪੰਜਾਬ ਦੇ ਵਿੱਚ ਤਾਂ ਤੁਸੀਂ ਕਰਨ ਲੱਗ ਪਏ ਨਾ ਵੀ ਹਾਂ ਵੀ ਮੈਂ ਤਾਂ ਪੰਜਾਬ ਦੇ ਵਿੱਚ ਇੰਨੇ ਪੱਕੇ ਕਰ ਦੂੰ, ਇੰਨਾ ਆਹ ਕਰ ਦੂੰ। ਅੱਛਾ, ਦਿੱਲੀ ਦੇ ਵਿੱਚ 42% ਇਹਨਾਂ ਦੀਆਂ ਪੋਸਟਾਂ ਖਾਲੀ ਆ। 42% ਇਹਨਾਂ ਦੀਆਂ ਪੋਸਟਾਂ ਜਿਹੜੀਆਂ ਖਾਲੀ ਆ, ਔਰ 1060 ਜਿਹੜੇ ਇਹਨਾਂ ਦੇ ਦਿੱਲੀ ਦੇ ਸਕੂਲ ਆ, ਉਹਦੇ ਵਿੱਚੋਂ 760 ਪ੍ਰਿੰਸੀਪਲ ਹੈ ਨਹੀਂਗੇ। ਇਹਨਾਂ ਦੇ ਸਕੂਲਾਂ ਦੇ ਵਿੱਚ 1060 ਦੇ ਵਿੱਚੋਂ 760 ਪ੍ਰਿੰਸੀਪਲ ਹੈ ਨਹੀਂ, ਤੇ 1844 ਦੇ ਵਿੱਚੋਂ 479 ਜਿਹੜੇ ਆ ਇਹਨਾਂ ਕੋਲ ਵਾਈਸ ਪ੍ਰਿੰਸੀਪਲ ਹੈ ਨਹੀਂ, ਤੇ ਨਾਨ ਟੀਚਿੰਗ ਸਟਾਫ ਤਾਂ ਇਹਨਾਂ ਕੋਲ 40% ਘੱਟ ਆ। ਔਰ ਇਹਨਾਂ ਦੀ ਨਾ ਕੋਈ ਟ੍ਰਾਂਸਫਰ ਪਾਲਿਸੀ ਹੈ। ਮੈਨੂੰ ਦੱਸ ਤਾਂ ਦੇਣ, ਮੈਨੂੰ ਇਹਦਾ ਜਦੋਂ ਐਜੂਕੇਸ਼ਨ ਦੀ ਗੱਲ ਕਰਦੇ ਆ ਤੇ ਮੈਨੂੰ ਇਹ ਆਸ ਸੀਗੀ ਵੀ ਇਹ ਕਹਿਣਗੇ ਵੀ ਕੁਝ ਕੁ ਪੰਜਾਬ ਦੇ ਐਜੂਕੇਸ਼ਨਿਸਟ ਤੇ ਕੁਝ ਕੁ ਦਿੱਲੀ ਦੇ ਐਜੂਕੇਸ਼ਨਿਸਟ ਇਹ ਬੈਠ ਕੇ ਬਹਿਸ ਕਰਨਗੇ ਵੀ ਹਾਂ ਵੀ ਕਿਹੜੇ ਚੀਜ਼ਾਂ 'ਚ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ। ਲੇਕਿਨ ਅਸਲੀ ਗੱਲ ਹੈ ਕਿ ਮੈਂ ਇਹਨਾਂ ਨੂੰ ਹੁਣ ਉਹ ਘਟੀਆ ਲਫ਼ਜ਼ ਵਰਤਣੇ ਨਹੀਂ ਚਾਹੁੰਦਾ। ਮੈਂ ਸੋਚਦਾ ਸੀ ਕਿ ਇਹ ਨਵੇਂ ਤਰੀਕੇ ਦੀ ਰਾਜਨੀਤੀ, ਨਵੀਂ ਸੋਚ ਨੂੰ ਅੱਗੇ ਲੈ ਕੇ ਚੱਲਣਗੇ, ਪਰ ਬਦਕਿਸਮਤੀ ਹੈ। ਔਰ ਇੱਕ ਮੈਂ ਤੁਹਾਡੇ ਥਰੂ ਜੇ ਕਿਤੇ, ਕਿਉਂਕਿ ਮੈਂ ਵੀ 1-2 ਕੁਐਸਚਨ ਕੀਤੇ ਸੀਗੇ, ਮੈਂ ਇਹਨਾਂ ਨੂੰ ਕਿਹਾ ਸੀ ਵੀ ਕੇਜਰੀਵਾਲ ਜੀ 2017 ਦੇ ਵਿੱਚ NRIs ਨੇ ਤੁਹਾਡੀ ਬੜੀ ਸਪੋਰਟ ਕੀਤੀ ਸੀਗੀ, ਔਰ ਇਹਨਾਂ ਦੇ ਵਲੰਟੀਅਰ ਨੇ ਕਿਹਾ ਸੀ ਵੀ ਇਹ ਪੈਸੇ ਖਾ ਗਏ। ਅੱਛਾ, ਵੀ ਇਹ ਤਾਂ ਸਰਕਾਰ ਬਣਨ ਦੀ ਗੱਲ ਕਰਦੇ ਨਾ, ਇਹਨਾਂ ਨੇ ਤਾਂ ਆਪਣੀ ਪਾਰਟੀ ਦਾ ਕਦੀ ਹਿਸਾਬ ਕਿਤਾਬ ਨਹੀਂ ਦਿੱਤਾ ਵੀ ਹਾਂ ਵੀ ਜਿਹੜੇ ਪੰਜਾਬੀਆਂ ਨੇ ਬਾਹਰੋਂ ਪੈਸੇ ਭੇਜੇ ਸੀ, ਤੁਸੀਂ ਕਹਿੰਦੇ ਸੀ ਪੰਜਾਬ ਤੇ ਲਾਵਾਂਗੇ, ਤੇ ਤੁਸੀਂ ਤਾਂ ਉਹਦਾ ਹਿਸਾਬ ਕਿਤਾਬ ਨਹੀਂ। ਤੁਸੀਂ ਪੁੱਛ ਲਿਓ, ਕਿਤੇ ਤੁਹਾਨੂੰ ਜੇ ਮਿਲ ਗਏ ਤੇ ਤੁਸੀਂ ਪੁੱਛ ਲਿਓ ਵੀ ਹਾਂ ਵੀ ਆਹ ਗੱਲ ਤੁਸੀਂ ਕਿਤੇ ਕੀਤੀ ਆ। ਔਰ ਇੱਕ ਮੈਂ ਹੋਰ ਗੱਲ ਪੁੱਛਣੀ ਚਾਹੁੰਦਾ, ਮੈਨੂੰ ਤਾਂ ਇਹਨਾਂ ਨੇ ਜਵਾਬ ਦਿੱਤਾ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਕੋਲ ਕੁਐਸਚਨ ਪੁੱਛੇ, ਮੇਰਾ ਖਿਆਲ ਸਾਰੇ ਸੁਸਰੀ ਵਾਂਗ ਸੌਂ ਗਏ ਬਈ ਕੋਈ ਦੱਸ ਤਾਂ ਦਿਓ ਵੀ ਹਾਂ ਵੀ ਤੁਸੀਂ ਖੜੇ ਕਿੱਥੇ ਆ। ਔਰ ਇਹ ਕਹਿੰਦੇ ਨਾ ਆਮ ਆਦਮੀ ਆ, ਅਸੀਂ ਇਹ ਆਮ ਆਦਮੀ ਦੀ ਗੱਲ ਕਰਦੇ ਆ ਨਾ, ਤੇ ਇਹਨਾਂ ਨੂੰ ਪੁੱਛ ਲਿਓ ਵੀ ਕੇਜਰੀਵਾਲ ਜੀ ਤੁਹਾਡੇ ਜਿਹੜੀ ਘਰ ਦੀ ਰੈਨੋਵੇਸ਼ਨ ਤੇ ਪੈਸੇ ਕਿੰਨੇ ਕੁ ਖਰਚ ਹੋਏ ਆ। ਜਿਹੜੇ ਸਿਸੋਦੀਆ ਜੀ ਆ ਨਾ,
ਇਹ ਪੜਪੜ ਗੰਜੀਏ ਆ, ਇਹ RTI ਐਕਟਿਵਿਸਟ ਸੀਗੇ। ਕੇਜਰੀਵਾਲ ਜੀ IRS ਆਫੀਸਰ ਔਰ ਉਹਦੇ ਨਾਲ ਇਹ ਛੋਟੇ ਜਿਹੇ ਫਲੈਟ ਦੇ ਵਿੱਚ ਰਹਿੰਦੇ ਸੀ। ਹੁਣ ਇਹਨਾਂ ਨੂੰ 5 ਸਟਾਰ ਤੋਂ ਘੱਟ ਤੇ ਸਵਿਮਿੰਗ ਪੂਲ ਵਾਲੇ ਘਰ ਤੋਂ ਘੱਟ ਤੋਂ ਨੀਂਦ ਨਹੀਂ ਆਉਂਦੀ ਇਹਨਾਂ ਨੂੰ। ਕਿਉਂ ਪੰਜਾਬੀਆਂ ਨੂੰ ਪੰਜਾਬੀ ਇਮੋਸ਼ਨਲੀ ਹੈਗਾ। ਮੈਂ ਸਮਝਦਾ ਸਾਡੇ 'ਚ ਕੋਈ ਬਲੈਕ ਭੇਡਾਂ ਵੀ ਹੈਗੀਆਂ ਜਿਹੜੀਆਂ ਪੰਜਾਬ ਨੂੰ ਇਸ ਤਰ੍ਹਾਂ ਬਦਨਾਮ ਕਰਦੀਆਂ, ਪੰਜਾਬ ਦੀ ਅਣਖ ਨੂੰ ਵੀ ਵੰਗਾਰਦੀਆਂ। ਯਾਰ ਇਹ ਤਾਂ ਨਾ ਕਰੋ ਸਾਡੇ ਨਾਲ। ਠੀਕ ਆ, ਪੰਜਾਬ ਦੇ ਵਿੱਚ ਕਿਤੇ ਕਮਜ਼ੋਰੀਆਂ ਆ ਗਈਆਂ, ਪਰ ਮੈਂ ਜੋ ਪਿਛਲੇ ਸਮੇਂ ਦੇ ਵਿੱਚ ਟੀਚਰਸ ਨੇ ਮਿਹਨਤ ਕੀਤੀ ਆ, ਜੋ ਪਿਛਲੇ ਸਮੇਂ ਦੇ ਵਿੱਚ ਉਹਨਾਂ ਪਿੰਡਾਂ ਵਾਲੇ ਲੋਕਾਂ ਨੇ ਮਿਹਨਤ ਕੀਤੀ ਆ, ਜੋ NRIs ਨੇ ਮਿਹਨਤ ਕੀਤੀ ਆ, ਮੈਂ ਉਹਨਾਂ ਨੂੰ ਕਦੀ ਉਹਨੂੰ ਉਜ਼ਾਈ ਨਹੀਂ ਜਾਣ ਦਊਂਗਾ। ਮੈਂ ਉਹਨਾਂ ਨੂੰ ਡਿਫੈਂਡ ਕਰੂੰਗਾ ਕਿਉਂਕਿ ਪੰਜਾਬ ਦੀ ਗੱਲ ਹੈ। ਮੈਂ ਨਹੀਂ ਕਹਿੰਦਾ ਹੋ ਸਕਦਾ ਕਮੀਆਂ ਪੇਸ਼ੀਆਂ ਹੈਗੀਆਂ, ਮੈਂ ਇਹਨਾਂ ਗੱਲਾਂ ਨਾਲ ਕਦੀ ਸਹਿਮਤ ਨਹੀਂ ਹੁੰਦਾ ਕਿਉਂਕਿ ਇੱਕ ਆਨਗੋਇੰਗ ਪ੍ਰੋਸੈਸ ਹੈ। ਪਰ ਜਿਸ ਰਾਜਨੀਤੀ ਤੇ ਤੁਸੀਂ ਉਤਰ ਆਏ ਹੋ, ਜਿਸ ਤਰ੍ਹਾਂ ਦੀ ਸੋਚ ਤੇ ਤੁਸੀਂ ਉਤਰ ਆਏ ਹੋ, ਪੰਜਾਬੀ 2017 ਦੇ ਵਿੱਚ ਇਹਨਾਂ ਦੇ ਚਿਹਰੇ ਬਹੁਤੇ ਨਹੀਂ ਸੀ ਚੰਗੀ ਤਰ੍ਹਾਂ ਜਾਣਦਾ। ਮੈਂ ਤਾਂ ਬਹੁਤ ਦੇਰ ਤੋਂ ਜਾਣਨ ਲੱਗ ਪਿਆ ਸੀ ਕਿ ਐਕਚੁਅਲ ਹੈ ਕੀ ਆ। ਤੁਸੀਂ ਇਹਨਾਂ ਦੇ ਲੀਡਰਾਂ ਨੂੰ 4 MP ਪੰਜਾਬ ਨੇ ਬਣਾ ਕੇ ਦਿੱਤੇ ਇਮੋਸ਼ਨਲੀ, ਇਹਨਾਂ ਚੋਂ ਕੋਈ ਨਹੀਂ ਰਿਹਾ। ਬਈ ਪੰਜਾਬ ਦੇ ਵਿੱਚ ਜਿਹੜੇ ਸਾਡੇ ਆਪਣੇ ਪਟਿਆਲੇ ਵਾਲੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਜੀ ਇੰਟੈਲੈਕਚੁਅਲ ਬੰਦੇ ਆ, ਕ੍ਰੈਡੀਬਿਲਿਟੀ ਤੇ ਕਦੀ ਕੋਈ ਸ਼ੱਕ ਹੁੰਦਾ। ਖਾਲਸਾ ਜੀ, ਸਾਡੇ ਸਾਧੂ ਸਿੰਘ ਜਿਹੜੇ ਫਰੀਦਕੋਟ ਤੋਂ ਸੀ, ਈਵਨ ਕਿ ਇਹਨਾਂ ਦੇ MLA, ਇਹ ਤਾਂ 19 MLA ਲੈ ਕੇ ਆਏ ਸੀ, ਹੁਣ 10 ਰਹਿ ਗਏ। ਇਹਨਾਂ ਦੇ ਨਾਲ ਕੋਈ ਇਹਨਾਂ ਦੀ ਕਾਦੀ ਕ੍ਰੈਡੀਬਿਲਿਟੀ, ਇਹਨਾਂ ਦੀ ਕਾਦੀ ਗਰੰਟੀ? ਇਹ ਉਹ ਗਰੰਟੀ ਦਿੰਦੇ ਆ ਜਿਹੜੀ 2017 ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਇਹਨਾਂ ਨੇ ਪੰਜਾਬ ਨੂੰ ਇਮੋਸ਼ਨਲੀ ਇਹੋ ਜਿਹਾ ਐਕਸਪਲੋਇਟ ਕੀਤਾ, ਜਿਹਦੇ ਵਿੱਚ ਇਹ ਕਹਿੰਦੇ ਸੀ ਵੀ ਬਿਕਰਮਜੀਤ ਮਜੀਠੀਆ ਜਿਹੜਾ ਚਿੱਟੇ ਦਾ ਵਪਾਰੀ ਆ। ਇਹ ਸਾਰਿਆਂ ਕੋ ਪੋਸਟਰ ਲਵਾਏ ਸੀ ਨਾ ਵੀ ਮੈਂ ਕਹਿਣਾ, ਇਹ ਸਾਰੇ ਇਹ ਗੱਲ ਕਹਿੰਦੇ ਸੀ ਨਾ। ਤੇ ਫਿਰ ਮਾਫੀ ਇਹਨਾਂ ਦੇ ਲੀਡਰ ਨੂੰ ਤਾਂ ਅਸਲੀ ਗੱਲ ਹੈ ਇਹਨਾਂ ਨੂੰ ਪੁੱਛ ਲੈਣਾ ਚਾਹੀਦਾ, ਜਾਂ ਇਹਨਾਂ ਦੇ ਲੀਡਰ ਹੀ ਪੁੱਛ ਲੈਣ ਵੀ ਤੁਹਾਡੀ ਰੈਨੋਵੇਸ਼ਨ ਤੇ ਕਿੰਨਾ ਕੁ ਖਰਚ ਆ ਰਿਹਾ। ਇਹ ਤਾਂ ਅਸਲੀ ਗੱਲ ਹੈ। ਇੱਕ ਆਮ ਦੇ ਚਿਹਰੇ ਦੇ ਵਿੱਚ ਖਾਸ ਤੁਰੇ ਹੋ ਰਹੇ ਆ। ਇਹ ਕੋਈ ਬਦਲੂ ਦੀ ਮੈਂ ਸੋਚਦਾ ਸੀਗਾ ਕਿ ਯਾਰ ਇੱਧਰ ਨੂੰ, ਮੈਂ ਕਦੀ ਇੱਧਰ ਨੂੰ ਸੱਚੀ ਗੱਲ ਹੈ ਪਿਆ ਹੀ ਨਹੀਂ। ਮੈਂ ਕਿਹਾ ਯਾਰ ਆਪਾਂ ਕੰਮ ਕਰੀਏ। ਸਾਡੇ ਸਕੂਲਾਂ ਦੇ ਵਿੱਚ ਅੱਜ ਦੀ ਤਰੀਕ 'ਚ ਸਮੱਸਿਆ ਕਿੱਥੇ ਆ? ਤੁਸੀਂ ਹੁਣ ਮੈਨੂੰ ਕੁਐਸਚਨ ਕਰੋਗੇ ਕਿ ਹਾਂ ਵੀ ਆ ਧਰਨੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਪਾਈਲ ਅਪ ਹੋ ਕੇ ਮੈਂ ਹੁਣ 12,800 ਪੋਸਟਾਂ ਨਵੀਆਂ 3-4 ਦਿਨ ਹੋਏ ਸੈਂਕਸ਼ਨ ਕਰਵਾਈਆਂ। ਅੱਜ ਮੇਰੇ ਕੋਲ ਲਗਭਗ 32,000 ਪੋਸਟਾਂ ਜਿਹੜੀਆਂ ਉਹ ਸਕੂਲਾਂ ਦੀਆਂ ਉਹਦੀ ਜਿਹੜੀ ਆ ਭਰਤੀ ਹੋਣ ਵਾਲੀ ਹੈ। ਹੋਇਆ ਕਿ ਟਾਈਮ ਟੂ ਟਾਈਮ ਅੰਡਰ ਪ੍ਰੈਸ਼ਰ ਔਰ ਅੰਡਰ ਮੈਨੂੰ ਨਹੀਂ ਪਤਾ ਕਿਹੜੇ ਸਰਕਮਸਟੈਂਸਸ ਕਿਤੇ ਰੂਲ ਦੇ ਵਿੱਚ ਡਾਇਵਰਸ਼ਨ ਹੋ ਗਈ। ਮੈਂ ਸਾਰੀਆਂ ਜਿੰਨੀਆਂ ਆਰਗੇਨਾਈਜੇਸ਼ਨ ਆ, ਈਵਨ ਹੁਣ ਵੀ ਮੈਂ 5-4 ਨੂੰ ਮਿਲ ਕੇ ਹਟਿਆ। ਮੈਂ ਕਿਹਾ ਯਾਰ 32,000 ਟੀਚਰਾਂ ਦੀ ਸੈਂਕਸ਼ਨ ਮੇਰੇ ਕੋਲ ਪਈ ਆ। ਜੇ ਆਪਾਂ ਇਹਨੂੰ ਕਿਤੇ ਨਾ ਕਿਤੇ ਡਾਇਵਰਟ ਕਰ ਲਾਂਗੇ, ਜਿਹੜੀ ਗਵਰਨਮੈਂਟ ਦੇ ਰੂਲਾਂ ਤੋਂ ਅਸੀਂ ਪਰਾਂ ਲੈ ਜਾਾਂਗੇ, ਉਹ ਸਾਡੇ ਬੱਚੇ ਜਿਹੜੇ ਆ ਉਹ 32,000 ਭਰਤੀ ਤਾਂ ਸਾਨੂੰ ਕਰ ਲੈਣ ਦੀ ਏ। ਗਲਤੀਆਂ ਹੈਗੀਆਂ, ਮੈਂ ਨਹੀਂ ਕਹਿੰਦਾ ਨਹੀਂ ਹੈਗੀਆਂ, ਬਟ ਐਟ ਦਾ ਸੇਮ ਟਾਈਮ ਇਹ ਸਾਨੂੰ ਜਿਹੜੇ ਦਿੱਲੀ ਵਾਲੇ ਆ ਨਾ, ਦਿੱਲੀ ਵਾਲੇ ਹਮੇਸ਼ਾ ਹੀ ਕਿਤੇ ਨਾ ਕਿਤੇ ਸਾਨੂੰ ਇਦਾਂ ਵੰਗਾਰਦੇ ਆ। ਪੰਜਾਬੀਆਂ ਨੂੰ ਇਦਾਂ ਨਾ ਵੰਗਾਰੋ। ਪੰਜਾਬੀ ਬੇਸਿਕਲੀ ਅਣਖ ਨਾਲ ਜੀਣ ਵਾਲੀ ਰੇਸ ਹੈ। ਹਾਂ, ਕਿਤੇ ਨਾ ਕਿਤੇ ਸਾਡੇ ਕੋਲੋਂ ਕਈ ਵਾਰੀ ਗਲਤੀਆਂ ਵੀ ਹੁੰਦੀਆਂ, ਕਈ ਵਾਰੀ ਅਸੀਂ ਜ਼ਿਆਦਾ ਇਮੋਸ਼ਨਲ ਵੀ ਹੋ ਜਾਂਦੇ ਆ, ਪਰ ਇਹ ਇਦਾਂ ਦੀ ਗੱਲ ਨਾ ਕਰੋ ਸਿਸੋਦੀਆ ਜੀ। ਇਹ ਤੁਹਾਨੂੰ ਵੀ ਨਹੀਂ ਸ਼ੋਭਦੀ, ਇਹ ਤੁਹਾਡੇ ਨਾ ਕਿਸੇ ਸਟੈਂਡ ਦੇ ਵਿੱਚ ਇਹ ਖੜੀ ਹੋਣੀ ਆ, ਕਿਉਂਕਿ ਜਿਨ੍ਹਾਂ ਦੇ ਪੱਲੇ ਹੀ ਕੁਝ ਨਹੀਂ ਆ, ਜਿਹੜੇ ਇੱਕ ਮਿਊਨਿਸਪੈਲਿਟੀ ਚਲਾਉਂਦੇ ਆ ਤੇ ਉਹ ਸਾਨੂੰ ਆਣ ਕੇ ਵੰਗਾਰਨ ਲੱਗ ਪਏ, ਤਾਂ ਮੈਨੂੰ ਲੱਗਦਾ ਵੀ ਇਹ ਤਾਂ ਮੈਨੂੰ ਐਕਸੈਪਟੇਬਲ ਨਹੀਂ ਹੈ। ਔਰ ਦੂਸਰੀ ਗੱਲ ਹੈ, ਅੱਜ ਇਹਨਾਂ ਨੇ ਜੋ ਕੀਤਾ ਸਾਡੇ ਸਕੂਲਾਂ ਦੇ ਵਿੱਚ, ਇਹ ਅੱਗੇ ਤੋਂ ਨਾ ਕੇਜਰੀਵਾਲ ਜੀ ਇਹ ਕਰ ਲਿਓ, ਲੈ ਲਓ ਪਰਮਿਸ਼ਨ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਮੈਨੂੰ ਬਹੁਤ ਬੰਦਿਆਂ ਨੇ ਕਿਹਾ ਵੀ ਹਾਂਜੀ ਇਹ ਕਿਉਂਕਿ ਟ੍ਰੈਸਪਾਸਿੰਗ ਕਿਉਂ ਬਈ ਇੰਨਾ ਹਜੂਮ ਲੈ ਕੇ, ਅੱਜ ਕੋਵਿਡ ਦੀ ਪ੍ਰੋਬਲਮ ਹੈ, ਹੋਰ ਪ੍ਰੋਬਲਮ ਹੈ, ਉੱਥੇ ਬੱਚਿਆਂ ਨੂੰ ਕੱਲ ਨੂੰ ਕੋਈ ਪ੍ਰੋਬਲਮ ਹੋ ਜਾਵੇ, ਮੈਂ ਤਾਂ ਲਿਸਟਾਂ ਜਿੰਨੀਆਂ ਮਰਜ਼ੀ ਦੇ ਦੇਵਾਂ,
ਇਹਨਾਂ ਨਾਲ ਕੰਪੇਅਰ ਕਾਹਦਾ ਕਰਾਂ, ਮੈਨੂੰ ਤੇ ਇਹ ਨਹੀਂ ਸਮਝ ਆਉਂਦੀ। ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਔਰ ਜੇ ਕੋਈ ਕੁਐਸਚਨ ਹੈ ਤਾਂ ਮੈਨੂੰ। ਸਰ ਜਿਵੇਂ ਤੁਸੀਂ ਕਿਹਾ ਕਿ ਟੀਚਰ ਜਿਹੜੇ ਕਿ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੁਹਾਡੇ ਸਕੂਲ ਲਈ, ਇੱਕ ਇੱਕ ਕਰਕੇ ਜੀ ਸਰ ਤੁਹਾਡੇ ਸਕੂਲ ਦੇ ਲਈ ਮੈਂ ਕਿਹਾ ਜਿੰਨੇ ਮਰਜ਼ੀ ਕੁਐਸਚਨ ਕਰ ਲਓ ਯਾਰ, ਮੈਂ ਕਿਹਾ ਜਿੰਨੇ ਮਰਜ਼ੀ ਅੱਜ ਨੇ ਸ਼ੁਰੂ ਕੀਤਾ ਸੀ ਇਹਨਾਂ ਨੂੰ। ਸਰ ਟੀਚਰਸ ਦਾ ਤੁਸੀਂ ਕਿਹਾ ਖੁਦ ਮੈਂਸ਼ਨ ਕੀਤਾ ਕਾਫੀ ਮਿਹਨਤ ਕੀਤੀ ਹੈ, ਤੇ ਕਦੋਂ ਤੱਕ ਇਹ ਮਸਲਾ ਹੱਲ ਹੋਏਗਾ? ਕਿਉਂਕਿ ਜਿਹੜਾ ਇੱਕ ਤੁਸੀਂ ਕਹਿ ਰਹੇ ਹੋ ਜਿਵੇਂ ਉੱਚੀ ਸਿਆਸਤ ਹੋ ਰਹੀ ਹੈ, ਉਹਦਾ ਕਾਰਨ ਜਿਹੜੇ ਕਿ ਪੰਜਾਬ ਖੁਦ ਦੇ ਰਹੇ, ਕਿਉਂਕਿ ਇਸ ਵਕਤ ਟੀਚਰਸ ਜਿਹੜੇ ਕਿ ਹੈ ਉਹ ਸਾਰੇ ਆਪਣੇ ਐਜੂਟੇਸ਼ਨ ਤੇ ਲੱਗੇ ਹੋਏ ਨੇ। ਅੱਜ ਵੀ ਜਿਹੜੇ ਕਿ ਅਲੱਗ ਟਾਵਰ ਤੇ ਚੜ ਕੇ ਲਾਠੀਆਂ ਵੀ ਬਰਸਾਈਆਂ ਗਈਆਂ ਟੀਚਰਸ ਤੇ। ਕਦੋਂ ਤੱਕ ਇਹ ਮਸਲਾ ਇਹਨਾਂ ਦਾ ਹੱਲ ਹੋਏਗਾ? ਇਹਦੇ ਕਰਕੇ ਸਰ ਲੋਕੀ ਵੀ ਪਰੇਸ਼ਾਨ ਹੋ ਰਹੇ, ਲੋਕੀ ਵੀ ਕਿਤੇ ਨਾ ਕਿਤੇ ਹਰਾਸ ਹੋ ਰਹੇ। ਦੇਖੋ ਮੈਂ ਤੁਹਾਨੂੰ ਕੀ ਕਹਿ ਰਿਹਾ, ਅਲੱਗ-ਅਲੱਗ ਸਿਸਟਮ ਦੇ 32,000 ਟੀਚਰਾਂ ਦੀ ਮੇਰੇ ਕੋਲ ਵੈਕੈਂਸੀ ਪਈ ਆ। ਉਹੋ ਹੀ ਟੀਚਰ ਇਹਨਾਂ ਦੇ ਵਿੱਚੋਂ ਹੀ ਇਹਨਾਂ ਦੇ ਸਾਥੀ ਸਾਡੇ ਹੀ ਬੱਚੇ ਆ, ਉਹ ਕਹਿੰਦੇ ਕਿ ਇਸ ਤਰ੍ਹਾਂ ਭਰਤੀ ਹੋਣੀ ਚਾਹੀਦੀ, ਇੱਕ ਕਹਿੰਦਾ ਇਸ ਤਰ੍ਹਾਂ ਭਰਤੀ ਹੋਣੀ ਚਾਹੀਦੀ ਹੈ। ਤੁਸੀਂ ਏਦਾਂ ਕਰੋ, ਇਹਨਾਂ ਟੀਚਰਸ ਯੂਨੀਅਨ ਨੂੰ ਆਪਾਂ ਇੱਕ ਦਿਨ ਫੇਰ ਰੱਖ ਲੈਂਦੇ ਆ, ਤੁਸੀਂ ਮੇਰੀ ਮਦਦ ਕਰੋ ਪੱਤਰਕਾਰ, ਇਹਨਾਂ ਦੀ ਇੱਕ ਯੂਨੀਅਨ ਬਣਾ ਕੇ ਤੁਸੀਂ ਇੱਕ ਏਜੰਡਾ ਫਿਕਸ ਕਰਾ ਦਿਓ, ਮੈਂ ਉਹ ਕਰ ਦਿੰਦਾ। ਇਹਨਾਂ ਦੀਆਂ ਆਪਸ ਵਿੱਚ ਇੰਨੀਆਂ ਕੰਟਰਾਡਿਕਸ਼ਨਸ ਆ, ਇੱਕ ਕਹਿੰਦਾ ਟੈਟ ਪਾਸ ਹੋਣਾ ਚਾਹੀਦਾ, ਦੂਜਾ ਕਹਿੰਦਾ ਨਹੀਂ ਹੋਣਾ ਚਾਹੀਦਾ। ਬਈ ਕੰਕਰੈਂਟ ਲਿਸਟ ਦੇ ਵਿੱਚ ਐਜੂਕੇਸ਼ਨ ਸਬਜੈਕਟ ਆ, ਕੋਆਰਡੀਨੇਸ਼ਨ ਨਹੀਂ ਹੈ। ਪ੍ਰੋਬਲਮ ਕਿੱਥੇ ਆ ਕਿ ਇੱਕ ਕਹਿੰਦਾ ਹੋਣਾ ਚਾਹੀਦਾ, ਇੱਕ ਕਹਿੰਦਾ ਨਹੀਂ ਹੋਣਾ ਚਾਹੀਦਾ। ਟਾਈਮ ਟੂ ਟਾਈਮ ਉਹਨਾਂ ਚ ਅਮੈਂਡਮੈਂਟਸ ਹੋ ਗਈਆਂ। ਮੇਰੇ ਕੋ 2364 ਦੀ, 6635 ਦੀ, 8393 ਦੀ, ਹੁਣ ਤਾਂ ਮੈਨੂੰ ਅਸਲੀ ਗੱਲ ਆ ਇਦਾਂ ਯਾਦ ਹੋ ਗਿਆ ਵੀ ਯਾਰ ਅੱਛਾ ਹੋਇਆ ਹੈਗਾ ਕਿ ਮੈਂ ਤਾਂ ਇੱਥੋਂ ਤੱਕ ਵੀ ਐਫੀਡੇਵਿਟ ਹਾਈ ਕੋਰਟ ਦੇ ਵਿੱਚ ਮੇਰੇ ਡਿਪਾਰਟਮੈਂਟ ਨੇ ਦਿੱਤਾ ਵੀ ਯਾਰ ਜਿੰਨਿਆਂ ਨੇ ਰਿਟ ਕੀਤੀ ਆ ਅਸੀਂ ਉਨੀਆਂ ਪੋਸਟਾਂ ਰੱਖ ਲੈਂਦੇ ਆ, ਸਾਨੂੰ ਬਾਕੀ ਭਰਤੀ ਕਰ ਲੈਣਗੇ। ਲੇਕਿਨ ਕੰਟਰਾਡਿਕਸ਼ਨਸ ਆਪਸ ਵਿੱਚ ਇਹਨਾਂ ਦੀਆਂ ਇੰਨੀਆਂ ਹੈਗੀਆਂ ਜਿਹਦੇ ਵਿੱਚ ਤੁਸੀਂ ਮੈਨੂੰ ਗਾਈਡ ਕਰ ਦਿਓ ਵੀ ਆਪਾਂ ਉਹਦੇ ਤੇ ਆਹ ਰਾਹ ਅਪਣਾ ਲਈਏ। ਮੈਂ ਤਾਂ ਮੈਨੂੰ ਲੱਗਦਾ ਵੀ 16-18 ਘੰਟੇ ਲਾਉਣਾ, ਮੈਂ ਕਿਸੇ ਨੂੰ ਮਨਾ ਨਹੀਂ ਕੀਤਾ, ਇਹਨਾਂ ਨੂੰ 10-10 ਵਾਰੀ ਸੁਣਿਆ ਵੀ ਆ ਜਾਓ ਯਾਰ ਸਾਨੂੰ ਦੱਸੋ ਤਾਂ ਸਹੀ। ਲੇਕਿਨ ਇਹਨਾਂ ਦੀਆਂ ਆਪਣੀਆਂ ਕ੍ਰੀਏਟ ਕੀਤੀਆਂ ਹੋਈਆਂ ਸਮੱਸਿਆਵਾਂ ਨੂੰ ਤੁਸੀਂ ਐ ਕਰੋ, ਤੁਸੀਂ ਮੇਰੀ ਮਦਦ ਕਰ ਦਿਓ, ਮੈਂ ਤੁਹਾਡੇ ਪਲੇਟਫਾਰਮ ਤੇ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਆ ਜਾਊਂਗਾ। ਇਹਨਾਂ ਨੂੰ ਕਹੋ ਇਕੱਠੇ ਹੋ ਕੇ ਜਿਹੜੀਆਂ ਚੀਜ਼ਾਂ ਡੂਏਬਲ ਹੈਗੀਆਂ ਆਪਾਂ ਲੈਟ ਅਸ ਸਿਟ ਟੂਗੇदर एंड वी विल वर्क इट आउट। सर आपने कहा कि केजरीवाल आगे से या फिर आम आदमी पार्टी नेता आगे से पंजाब के स्कूलों में बिना परमिशन के ना जाए, अगर गए तो क्या ट्रेस पासिंग का पर्चा दर्ज करवाएंगे आप? देखो मेरी तो ये समझ कहती है कि ऐसी राजनीति होनी नहीं चाहिए, लेकिन अगर ऐसा करेंगे डेफिनेटली वी विल टेक एक्शन। ਪ੍ਰਗਟ ਜੀ ਉਹ ਕਹਿੰਦੇ ਨੇ ਕਿ ਇਹ ਚੋਣਾਂ ਦੇ ਵਿੱਚ ਸਿੱਖਿਆ ਔਰ ਹੈਲਥ ਜਿਹੜਾ ਉਹ ਵੱਡਾ ਮਸਲਾ ਹੋਣਾ ਚਾਹੀਦਾ ਹੈ। ਕਿਆ ਤੁਸੀਂ ਇਨ ਮਸਲਿਆਂ ਦੇ ਉੱਪਰ ਉਹਨਾਂ ਨਾਲ ਚਰਚਾ ਕਰਨ ਲਈ, ਕਿਉਂਕਿ ਉਹ ਕਹਿੰਦੇ ਨੇ ਸਾਡੇ ਨਾਲ ਬਹਿਸ ਵੀ ਕਰ ਲਓ, ਤੁਸੀਂ ਅੱਜ ਫੈਕਟਸ ਲੈ ਕੇ ਆਏ ਹੋ, ਉਹ ਕਹਿੰਦੇ ਅਸੀਂ ਵੀ ਤੁਹਾਡੇ ਫੈਕਟਸ ਤੁਹਾਡੇ ਸਾਹਮਣੇ ਰੱਖਦੇ ਹਾਂ, ਕਿਆ ਚਰਚਾ ਕਰਨ ਲਈ ਤੁਸੀਂ ਤਿਆਰ ਹੋ? ਮੇਰੀ ਕੋਈ ਪ੍ਰੋਬਲਮ ਨਹੀਂ ਹੈ, ਪਰ ਕਾਦੀ ਬਹਿਸ ਕਰਾਂ? ਇਹ ਮਿਊਨਿਸਪੈਲਿਟੀ ਚਲਾਉਂਦੇ ਆ ਯਾਰ। ਕਦੀ ਦੇਖਿਆ ਜਾ ਕੇ ਭੋਏ, ਇਹਨਾਂ ਨੇ ਕਦੀ ਭੋਏ ਜਾ ਕੇ ਦੇਖਿਆ ਜਿੱਥੇ ਬੇੜੀਆਂ ਵਾਲਾ ਪੁਲਿਆ ਉੱਥੇ ਐਜੂਕੇਸ਼ਨ ਪਹੁੰਚਾਈ ਆ ਬੱਚਿਆਂ ਨੂੰ? ਇਹਨਾਂ ਨੂੰ ਕੀ ਇਹਨਾਂ ਨੂੰ ਬੇਸਿਕਲੀ ਇਹ ਇੱਕ ਕੈਪੀਟਲ ਦੇ ਵਿੱਚ ਤੁਸੀਂ ਵੀ ਸਮਝਦੇ ਆ ਵੀ ਚੰਡੀਗੜ੍ਹ ਤੇ ਦਿੱਲੀ ਦਾ ਤਾਂ ਸ਼ਾਇਦ ਮੁਕਾਬਲਾ ਹੋ ਸਕਦਾ। ਅੱਛਾ ਪੰਜਾਬ ਦਾ ਹਰਿਆਣੇ ਨਾਲ, ਰਾਜਸਥਾਨ ਨਾਲ ਜਾਂ ਕਿਸੇ ਹੋਰ ਸੂਬਿਆਂ ਨਾਲ ਤਾਂ ਹੋ ਸਕਦਾ। ਇਹਨਾਂ ਦਾ ਮੈਨੂੰ ਇਹ ਤਾਂ ਦੱਸ ਦਿਓ ਨਾ ਵੀ ਇਹਨਾਂ ਨਾਲ ਮੁਕਾਬਲਾ ਕਾਹਦਾ ਆ? ਇਹਨਾਂ ਦਾ ਜਿਹੜਾ ਹੈਲਥ ਮਾਡਲ ਸੀਗਾ ਉਹ ਤਾਂ ਕੋਵਿਡ ਦੇ ਵਿੱਚ ਸਾਰਾ ਹੀ ਐਕਸਪੋਜ਼ ਹੋ ਗਿਆ ਕਿ ਨਹੀਂ ਹੋ ਗਿਆ? ਅੱਛਾ ਇਹ ਸਾਡਾ ਮੁਕਾਬਲਾ ਹੀ ਨਹੀਂ ਹੈ। ਮੈਂ ਤਾਂ ਉਹਨਾਂ ਟੀਮਾਂ ਨਾਲ ਖੇਡਦਾ ਹੁੰਦਾ ਜਿਹਨਾਂ ਨਾਲ ਮੁਕਾਬਲਾ ਹੋਵੇ, ਮੈਂ ਤਾਂ ਇਹਨਾਂ ਇਹੋ ਜਿਹੀਆਂ ਟੀਮਾਂ ਨਾਲ ਖੇਡਦਾ ਹੀ ਨਹੀਂ ਹੈ। ਪਰ ਸਰ ਚੈਲੰਜ ਤਾਂ ਤੁਸੀਂ ਕੀਤਾ ਸੀ ਨਾ, ਤੁਸੀਂ ਉਹਨਾਂ ਤੋਂ 10 ਦੀ ਲਿਸਟ ਮੰਗੀ, ਉਹਨਾਂ ਨੇ 250 ਦੇਤੀ। ਮੈਂ ਕਹਿੰਦਾ ਮੈਂ 750 ਦੀ ਦੇ ਦਿੰਦਾ ਯਾਰ। ਮੁਕਾਬਲਾ ਤਾਂ ਗੱਲ ਸੁਣੋ, ਨਹੀਂ ਮੁਕਾਬਲਾ ਮੰਨ ਲਓ ਇੱਕ ਪਾਸੇ 3000 ਮੀਟਰ ਲਾਉਣ ਵਾਲਾ, ਇੱਕ ਪਾਸੇ 50 ਮੀਟਰ ਹਰਡਲ ਲਾਉਣ ਵਾਲਾ, ਉਹਦਾ ਕਾਹਦਾ ਮੁਕਾਬਲਾ ਉਹਨਾਂ ਦਾ ਆਪਸ ਵਿੱਚ? अच्छा प्रगट सिंह जी, एक सवाल ये है कि कहीं भी अगर एजुकेशन का लेवल हमने देखना है तो वो इंफ्रास्ट्रक्चर पे नहीं होना चाहिए, क्योंकि
हमारे देश में तो कई ऐसी कहानियां, बड़े बड़े नेता जो हैं वो इतनी मुश्किल से पढ़ाई की उन्होंने, आप भी गोवा का एग्जांपल दे रहे हैं, जब वीडियो वाले पुल। भाई मैं तो खुद एक बिल्कुल गांव के स्कूल से पढ़ा हूं। हमारे जितने इंटेलेक्चुअल्स हैं वो गांव से के स्कूलों से आए हैं, इसमें क्या प्रॉब्लम? मैं वही कह रहा हूँ सर, एजुकेशन लेवल का वो देखिए, स्टूडेंट्स का क्या लेवल है, ना कि इन चीजों पे जाके बाथरूम साफ है नहीं है, इन चीजों पे वो जाके इस चीजों पे तो मेरे को तो ये नहीं समझ आती कि हाउ डज इट मैटर। हम यार 5 स्टार होटल में थोड़ी जा रहे हैं। हमारे देखो, हमारे जितने खिलाड़ी हुए हैं टफनेस से निकले हैं, या तो भी साउथ अफ्रीका से निकले हैं, जहां ऐसी जगह से निकले हैं वो टफ टेरेन से निकले हैं। तो ये कौन सी बातें करते हैं? इनका जो हेल्थ मॉडल है वो फेल है। अच्छा, इनका तो ये मॉडल है कि हाँ भाई इनका 22 करोड़ का बजट था, पब्लिसिटी का 600 करोड़ का हो गया, ये इनका मॉडल है। और ਸਾਡੇ ਜਿਹੜੀਆਂ ਬਲੈਕ ਸ਼ੀਪਸ ਆ, ਜਿਹੜੀਆਂ ਪੰਜਾਬ ਨੂੰ ਭੰਡਦੀਆਂ ਨਾ, ਮੈਨੂੰ ਉਹਨਾਂ ਤੇ ਗੁੱਸਾ। ਆ ਜਿਹੜੇ ਫੇਸਬੁੱਕ ਹੀ ਆ ਨਾ ਯਾਰ, ਲੌਜਿਕ ਦੀ ਗੱਲ ਕਰ ਲਓ ਨਾ, ਲੌਜਿਕ ਦੀ ਗੱਲ ਕਰੋ। ਚਲੋ ਆਪਾਂ ਲੈਟ ਅਸ ਵਰਕ ਟੂਗੇਦਰ। ਤੁਸੀਂ ਵੀ ਦਿੱਲੀ ਜਾ ਕੇ ਉਹ ਦਿੱਲੀ ਮਾਡਲ ਦਿਖਾਓ ਜਿਹੜਾ ਸਕੂਲਾਂ ਦਾ ਹੈਗਾ, ਜਿਸ ਉਹ ਯਾਰ ਉਹ ਆਏ ਨੇ ਇੱਥੇ। ਤੁਹਾਨੂੰ ਮੈਂ ਦੱਸ ਦਿੰਦਾ, ਇਹਨਾਂ ਦੀ ਜਿਹੜੀ 22000 ਦੀ ਫੈਕਲਟੀ ਆ, ਮੈਨੂੰ 4 ਦਿਨ ਹੋ ਗਏ ਉਹਨਾਂ ਦੇ ਫੋਨ ਆਉਂਦੇ ਆ, ਕਹਿੰਦੇ ਅਸੀਂ ਇੱਕ ਧਰਨਾ ਲਾਉਨੇ ਆ ਤੇ ਤੁਸੀਂ ਧਰਨੇ ਚ ਆ ਜਾਓ। ਯਾਰ मैं असली गल है, मेरा माइंड सेट इदा दा नहीं। लेकिन सर अथॉरिटी की बात है, अगर यूं तो आप जाके राजस्थान हरियाणा के स्कूलों में घुस जाएं और आप एग्जामिन करने लगे, अथॉरिटी किसने दी? अब कम से कम मैं तो वही कह रहा हूं कि इन लोगों को, मैं सोचता था कि ये नए जमाने की, नए समय की, मान लो हमारे कुछ 10-20 इंटेलेक्चुअल्स एजुकेशनिस्ट जाएं, इनके एजुकेशनिस्ट बैठें तो वो एक अच्छी बात करेंगे, शायद वो उस पैरामीटर्स में रहेंगे। भाई इनके जो एमएलए हैं पंजाब में, उनको पूछ लो कि उन्होंने सवाए जो हमारे एलओपी पहले होते थे, फूलका जी, उन्होंने एजुकेशन पे काम किया, उस एरिया में एजुकेशन में काम किया। इनको पूछ लो बाकियों ने क्या क्यों नहीं किया। ये 4.5 साल, 4.25 साल ये कहां थे? ये तो माफी मांग के वापस आए नहीं। लेकिन सर पॉलिटिकल माइलेज के लिए अगर ऐसे ही कोई नेता किसी दूसरे स्टेट में जाके, जहां पे उनका राइट भी नहीं है, इस तरह से एग्जामिन करने लगे, तो आपको लगता है इस पे आपको कार्रवाई करनी चाहिए इन फ्यूचर? नहीं, देखो इन फ्यूचर तो डेफिनेटली, बट मैं देखो आज एक पढ़े लिखे और अच्छे पॉलिटिशियन के ये जो है वो सोच नहीं होनी चाहिए। ਗੱਲ ਕਹਿ ਰਹੇ ਆ ਕਿ ਵੀ ਜਿਹੜਾ ਡਾਕਟਰ ਮਨਮੋਹਨ ਸਿੰਘ ਦੇ ਉਹਨਾਂ ਦੀ ਸਰਕਾਰ ਦੇ ਦੌਰਾਨ ਇੱਕ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਸੀਗਾ। ਉਹ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਲਾਗੂ ਆ, ਇੱਕੋ ਇੱਕ ਪੰਜਾਬ ਸਟੇਟ ਅਜਿਹੀ ਆ ਜਿਹਦੇ ਵਿੱਚ ਉਹ ਐਕਟ ਆ ਜਿਹੜਾ ਲਾਗੂ ਨਹੀਂ ਕੀਤਾ ਗਿਆ ਹੈਗਾ। ਉਹ ਬਾਰ-ਬਾਰ ਇਸ ਗੱਲ ਨੂੰ ਵੀ ਉਠਾਉਂਦੇ ਨੇ। ਉਸ ਐਕਟ ਨੂੰ ਇਹ ਪੂਰਾ ਨਹੀਂ ਪੜ੍ਹਦੇ। ਉਸ ਐਕਟ ਦੇ ਮੁਤਾਬਕ ਜੇ ਕਿਤੇ ਉੱਥੇ ਸਰਕਾਰੀ ਸਕੂਲ ਨਹੀਂ ਹੈਗਾ, ਐਜੂਕੇਸ਼ਨ ਅਵੇਲੇਬਲ ਨਹੀਂ ਹੈਗੀ, ਤੇ ਤਾਂ ਤੁਸੀਂ, ਔਰ ਮੈਂ ਤੁਹਾਨੂੰ ਰਾਈਟ ਟੂ ਐਜੂਕੇਸ਼ਨ ਐਕਟ ਦੀ ਵੀ ਗੱਲ ਕਰ ਲੈਣਾ, ਇਹ ਸਾਰੇ ਬਹੁਤ ਕਈ ਬੰਦੇ ਇਦਾਂ ਦੇ ਕਹਿੰਦੇ ਵੀ ਜੀ 25% ਜਿਹੜੇ ਆ ਬੱਚੇ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਨੇ ਚਾਹੀਦੇ ਆ। ਅਸੀਂ ਇੱਕ ਪਾਸੇ ਤਾਂ ਪ੍ਰਾਈਵੇਟ ਐਜੂਕੇਸ਼ਨ ਨੂੰ ਕਾਸਟਲੀ ਐਜੂਕੇਸ਼ਨ ਦੱਸ ਰਹੇ ਆ। ਅਸੀਂ ਜੇ 25% ਬੱਚੇ ਪ੍ਰਾਈਵੇਟ ਸਕੂਲਾਂ ਨੂੰ ਦੇ ਦਾਂਗੇ, ਉਹਦਾ 1200 ਕਰੋੜ ਰੁਪਈਆ ਖਰਚਾ, ਚਲੋ ਉਹ ਵੀ ਦੇ ਦਿਓ, ਸਾਡੇ ਉਹਨੇ ਟੀਚਰਾਂ ਦੀਆਂ ਵੈਕੈਂਸੀਆਂ ਨਹੀਂ ਘਟਣਗੀਆਂ, ਸਾਡਾ ਉਹਨਾਂ 25% ਬੱਚੇ ਨਹੀਂ ਪ੍ਰਾਈਵੇਟ ਸਕੂਲਾਂ 'ਚ ਚਲੇ ਜਾਣਗੇ, ਫਿਰ ਸਾਡੀ ਜਿਹੜੀ ਸਰਕਾਰੀ ਐਜੂਕੇਸ਼ਨ ਹੈ ਉਹਦੇ ਵਿੱਚ ਕਮੀ ਪੇਸ਼ੀ ਨਹੀਂ ਆਊਗੀ। ਅਸੀਂ ਇਹਦੇ ਤੇ ਹੋਰ ਮਿਹਨਤ ਕਰ ਲਈਏ। ਮੈਂ ਨਹੀਂ ਕਹਿੰਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ, ਮੈਂ ਨਹੀਂ ਕਹਿੰਦਾ ਕਿ ਮਿਹਨਤ ਅਸੀਂ ਸਾਨੂੰ ਨਹੀਂ ਕਰਨੀ ਚਾਹੀਦੀ, ਬਟ ਐਟ ਦਾ ਸੇਮ ਟਾਈਮ ਲੇਕਿਨ ਇਹ ਸਾਨੂੰ ਦੱਸਣ ਵਾਲੇ, ਦੇਖੋ ਐਕਚੁਅਲੀ ਹੋ ਪਤਾ ਕੀ ਰਿਹਾ ਦੇਸ਼ ਦੀ ਰਾਜਨੀਤੀ 'ਚ, ਜਿਹੜਾ ਕੇਜਰੀਵਾਲ ਦਾ ਸਰਟੀਫਿਕੇਟ ਆ ਉਹ ਇਮਾਨਦਾਰੀ ਦਾ ਸਰਟੀਫਿਕੇਟ ਆ, ਇਹਦੇ ਤੋਂ ਇਲਾਵਾ ਕੋਈ ਇਮਾਨਦਾਰੀ ਹੈ ਨਹੀਂ। ਜਿਹੜਾ ਬੀਜੇਪੀ ਦਾ ਸਰਟੀਫਿਕੇਟ ਆ ਉਹ ਦੇਸ਼ ਪ੍ਰੇਮੀ ਦਾ ਸਰਟੀਫਿਕੇਟ ਆ, ਉਹਦੇ ਤੋਂ ਬਾਅਦ ਜਿਹੜਾ ਕੋਈ ਗੱਲ ਕਵੇ ਉਹ ਕਹਿੰਦੇ ਦੇਸ਼ ਧਰੋਹੀ। ਅੱਛਾ, ਮੈਂ ਤਾਂ ਹੈਰਾਨ ਆ ਵੀ ਇਹਨੂੰ ਪੁੱਛ ਤਾਂ ਲਿਓ ਯਾਰ, ਮੇਰੇ ਕਹੇ ਇੱਕ ਗੱਲ ਪੁੱਛ ਲਿਓ ਇਹਨਾਂ ਨੂੰ, ਤੁਸੀਂ ਕਿਤੇ ਇਕੱਠੇ ਹੋ ਕੇ ਇਹਨੂੰ ਕਹੋ ਯਾਰ ਆਨਸਰ ਤਾਂ ਦੇ ਦੇ ਇਸ ਗੱਲ ਦਾ ਵੀ ਤੇਰੇ ਘਰ ਦੀ ਰੈਨੋਵੇਸ਼ਨ ਕਿੰਨੇ ਦੀ ਹੋਈ ਆ, ਤੁਸੀਂ ਦੱਸ ਦਿਓ ਜੀ ਮਾੜਾ ਕਿੱਥੇ ਤੱਕ ਦੀ ਹੋਈ ਹੈ। ਯਾਰ ਮੇਰੇ ਕੋਲ ਜਿਹੜੀ ਮੁੱਢਲੀ ਇਨਫੋਰਮੇਸ਼ਨ ਆ 14 ਕਰੋੜ ਦੀ ਆ, 9.5 ਕਰੋੜ ਦੇ ਤਾਂ ਮੇਰੇ ਕੋਲ ਬਿੱਲ ਵੀ ਹੈਗੇ ਆ। ਹੋਰ ਦੱਸੋ, ਇਹਨੂੰ ਪੁੱਛ ਲਓ ਕਿ ਇਹ ਆਮ ਆ ਕਿ ਖਾਸ ਆ। ਇਹ ਤਾਂ ਬੇਸਿਕਲੀ ਦੇਖੋ, ਇਹਦਾ ਮੈਂ ਇਸ ਗੱਲ 'ਚ ਪੈਣਾ ਨਹੀਂ ਸੀ ਚਾਹੁੰਦਾ। ਮੈਂ ਚਲੋ ਹੁਣ ਵੀ ਅਵੋਇਡ ਕਰਦਾ ਸੀ ਵੀ ਚੱਲ ਯਾਰ
ਚਲੋ ਛੱਡੋ ਕੋਈ ਗੱਲ ਨਹੀਂ, ਚਲੋ ਛੱਡੋ ਯਾਰ, ਕੋਈ ਸਿਆਣੀ ਗੱਲ ਕਰੀਏ, ਇੰਨਾ ਸਮਾਂ ਆਪਾਂ ਕੰਮ ਤੇ ਲਾਵਾਂਗੇ, ਵਿਹਲੇ ਬੰਦੇ ਆ ਇਹ, ਕਿਉਂਕਿ ਇਹਨਾਂ ਨੂੰ ਉੱਥੇ ਕੰਮ ਕੋਈ ਨਹੀਂ ਹੈਗਾ। ਇਹ ਪੌਣੇ 5 ਸਾਲਾਂ ਬਾਅਦ ਪੰਜਾਬ ਵੱਲ ਨੂੰ ਮੂੰਹ ਕਰ ਲੈਂਦੇ ਆ। ਇਹਨਾਂ ਕੋਲ ਸੱਚੀ ਗੱਲ, ਹੁਣ ਤੁਸੀਂ ਤਾਂ ਯਾਰ ਰੋਜ਼ ਇੱਥੇ ਆਪਾਂ ਮਿਲਦੇ ਆ, ਇਹਨਾਂ ਕੋਲ ਚੱਜ ਦਾ ਲੀਡਰ ਕਿਹੜਾ ਰਹਿ ਗਿਆ ਬਈ? ਇਹਨਾਂ ਨੂੰ ਕੰਵਰ ਸੰਧੂ ਵੀ ਠੀਕ ਨਹੀਂ ਹੈ, ਇਹਨਾਂ ਨੂੰ ਖਹਿਰਾ ਵੀ ਠੀਕ ਨਹੀਂ ਹੈ, ਇਹਨਾਂ ਨੂੰ ਗਾਂਧੀ ਵੀ ਠੀਕ ਨਹੀਂ ਹੈ, ਇਹਨਾਂ ਨੂੰ ਫੂਲਕਾ ਜੀ ਵੀ ਠੀਕ ਨਹੀਂ ਹੈ, ਇਹਨਾਂ ਦੇ ਜਿਹੜੇ ਮੁੱਢਲੇ ਸਾਥੀ ਸੀ ਪ੍ਰਸ਼ਾਂਤ ਭੂਸ਼ਣ ਜੀ ਨਹੀਂ ਠੀਕ ਹੈਗੇ ਆ। ਅੱਛਾ, ਕੋਈ ਵੀ ਨਹੀਂ ਠੀਕ ਹੈਗਾ, ਫਿਰ ਇਹੀ ਠੀਕ ਆ। ਅੱਛਾ, ਅਸੀਂ ਬਦਲਵੀਂ ਰਾਜਨੀਤੀ ਕਰਨੀ ਆ, ਅਸੀਂ ਤਾਂ ਬਈ ਪੰਜਾਬੀਆਂ ਨੂੰ ਐ ਨਾ ਕਰੋ, ਇਹ ਹੋਰ ਤਰ੍ਹਾਂ ਦੀ ਰੇਸ ਹੈਗੀ ਆ। ਇਹ ਬੇਸਿਕਲੀ ਦੇਖੋ, ਕਈ ਕੀ ਕਹਿੰਦੇ ਹੁੰਦੇ ਆ ਵੀ ਲਿਆਉਂਦੇ ਤਾਂ ਇਹ ਹਾਥੀ ਤੇ ਬਿਠਾਲ ਕੇ ਆ, ਛੱਡ ਕੇ ਇਹ ਗਧੇ ਤੇ ਆਉਂਦੇ ਆ। ਇਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ। ਪ੍ਰਗਟ ਸਿੰਘ ਪੰਜਾਬ ਤੋਂ ਲੈ ਕੇ ਇੱਕ ਮਿੰਟ, ਪ੍ਰਗਟ ਸਿੰਘ ਜੀ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ, ਅਰਵਿੰਦ ਕੇਜਰੀਵਾਲ ਇੱਥੇ ਆ ਗਏ ਐਜੂਕੇਸ਼ਨ ਦੇ ਮਸਲੇ ਤੇ, ਤੁਹਾਨੂੰ ਘੇਰਿਆ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ, ਲੇਕਿਨ ਪੰਜਾਬ ਸਰਕਾਰ ਜਾਂ ਪੰਜਾਬ ਕਾਂਗਰਸ ਸਿੱਧੂ ਸਾਹਿਬ ਨੂੰ ਛੱਡ ਕੇ ਤੁਹਾਡੇ ਡਿਫੈਂਡ ਦੇ ਵਿੱਚ ਕੋਈ ਖਾਸ ਬੰਦੇ ਆਉਂਦੇ ਨਹੀਂ, ਕੋਈ ਸਟੇਟਮੈਂਟ ਨਹੀਂ ਦਿੱਤੀ ਗਈ। ਕੀ ਮੰਨਦੇ ਹੋ ਤੁਸੀਂ? ਤੇ ਫਿਰ ਕੀ ਹੋ ਗਿਆ ਯਾਰ? ਮੇਰਾ ਆਪਣਾ ਮਹਿਕਮਾ ਪ੍ਰਗਟ ਸਿੰਘ ਕੱਲਾ ਹੀ ਯਾਰ, ਪ੍ਰਗਟ ਸਿੰਘ ਇਸ ਲਈ ਕੱਲਾ ਹੀ ਬਹੁਤ ਆ। ਸਾਰੀ ਪਾਰਟੀ ਥੋੜੀ ਗੱਲ ਤਾਂ ਸੁਣੋ, ਪਾਰਟੀ ਕੀ ਹੈ? ਆਮ ਆਦਮੀ ਪਾਰਟੀ ਸਾਰੀ ਖਿਲਾਫ ਤੁਹਾਡੇ ਲੱਗ ਰਹੀ ਹੈ ਨਾ, ਕਿ ਦਿੱਲੀ ਤੋਂ ਵੀ ਸਾਰੀ ਆਮ ਆਦਮੀ ਪਾਰਟੀ 'ਚ ਹੈ ਕੌਣ? ਮੈਨੂੰ ਇਹ ਤਾਂ ਦੱਸ ਦਿਓ ਨਾ ਯਾਰ। ਕੇਜਰੀਵਾਲ ਸਾਹਿਬ। ਉਹ ਯਾਰ ਦੇਖੋ, ਗੱਲ ਸੁਣੋ, ਜੇ ਇੰਨੇ ਜੋਗੇ ਹੁੰਦੇ ਤਾਂ ਫਿਰ ਉੱਥੋਂ ਕਾਹਤੋਂ ਲੈ ਕੇ ਆਉਂਦੇ ਰੋਜ਼? ਇਹਨਾਂ ਚੋਂ ਕਿਸੇ ਨੇ ਕੋਈ ਸਟੇਟਮੈਂਟ ਦਿੱਤੀ? ਇਹਨਾਂ ਚੋਂ ਕੋਈ ਗਿਆ? ਇਹਨਾਂ ਨੂੰ ਹੀ ਪੁੱਛ ਲਿਓ ਵੀ ਆ ਰੈਨੋਵੇਸ਼ਨ ਤੇ ਕਿੰਨੇ ਪੈਸੇ ਲੱਗੇ, ਇਹਨਾਂ ਨੂੰ ਪੁੱਛ ਲਿਓ, ਦੱਸੋ। ਹੋਰ ਦੱਸੋ। ਤੁਸੀਂ ਪੀਜੀ ਇੰਡੈਕਸ ਦੀ ਗੱਲ ਕਰ ਰਹੇ ਹੋ, ਉਸ ਦੇ ਵਿੱਚ ਸ਼ਾਇਦ ਮਸਲਾ ਤੁਹਾਡੇ ਧਿਆਨ ਦੇ ਵਿੱਚ ਹੋਵੇ ਤਾਂ ਬਹੁਤ ਸਾਰੇ ਜਿਹੜੇ ਸਬਜੈਕਟ ਦੇ ਵਿੱਚ ਸੀਗੇ, ਉੱਥੇ ਸਟੂਡੈਂਟ ਨੇ ਸਵਾਲ ਉਠਾਇਆ ਕਿ ਮੰਨ ਲਓ ਜੇ ਮੈਥ ਦੇ ਪੇਪਰ ਦੀ ਗੱਲ ਕਰੀਏ, 100 ਦੇ ਵਿੱਚੋਂ 40 ਤੋਂ 45 ਸਵਾਲ ਉਹ ਸੀ ਅਸਿਸਟੈਂਟ ਪ੍ਰੋਫੈਸਰ ਦੇ ਪੇਪਰ 'ਚ, ਜਿਹੜੇ ਲੈਕਚਰਰ ਵਾਲੇ ਪੇਪਰ ਦੇ ਵਿੱਚ 2016 ਤੇ 2021 ਦੇ ਵਿੱਚ ਆਏ ਨੇ। 100 ਦੇ ਵਿੱਚੋਂ 40 ਤੋਂ 45 ਉਸੇ ਤਰੀਕੇ ਦੇ ਨਾਲ ਪੰਜਾਬੀ ਦਾ ਪੇਪਰ ਹੈ, ਉਸੇ ਤਰੀਕੇ ਨਾਲ ਜ਼ੂਲੋਜੀ ਦਾ ਪੇਪਰ ਹੈ। ਤੁਹਾਨੂੰ ਲੱਗਦਾ ਨਹੀਂ ਕਿ ਇੱਕਦਮ ਭਰਤੀਆਂ ਕਰਨ ਦੇ ਚੱਕਰ ਦੇ ਵਿੱਚ ਬਹੁਤ ਕਾਹਲੀ ਦੇ ਵਿੱਚ ਪਈ ਹੈ ਪੰਜਾਬ ਸਰਕਾਰ? ਉਹ ਪੂਰੀ ਤਰੀਕੇ ਦੇ ਨਾਲ, ਇੱਕ ਤਰੀਕੇ ਨਾਲ ਕਹਿੰਦੇ ਚੋਣ ਪ੍ਰੋਸੈਸ ਹੁੰਦਾ ਹੈਗਾ, ਉਹ ਪ੍ਰੋਸੈਸ ਨੂੰ ਕਿਤੇ ਲਾਭੇ ਕੀਤਾ ਜਾ ਰਿਹਾ। ਯਾਰ ਜੇ ਮੈਂ ਨਾ ਭਰਤੀ ਕਰਾਂ ਤੂੰ ਕਹਣਾ ਵੀ ਤੁਸੀਂ ਲੇਟ ਬੜਾ ਕਰਦੇ ਆ। ਮੈਨੂੰ ਦੱਸ ਦਿਓ ਨਾ। ਇੱਕ ਗੱਲ ਸਮਝ ਲਈਏ ਯਾਰ, ਦੇਖੋ 22 ਸਾਲ ਲੈਕਚਰਰ ਨਹੀਂ ਭਰਤੀ ਹੋਏ, ਇਸ ਗੱਲ ਦਾ ਮੈਨੂੰ ਅਫਸੋਸ ਵੀ ਹੈ। 22 ਸਾਲ ਤੇ ਜੇ ਮੈਂ ਹੁਣ 1 ਮਹੀਨੇ 'ਚ ਕਰਤੀ, ਇਹਦਾ ਕੋਈ ਆਪਾਂ ਨੂੰ ਕੋਈ ਨੁਕਸਾਨ ਹੈ? ਮੈਂ ਨਹੀਂ ਕਹਿੰਦਾ। ਦੇਖੋ, ਇਹ ਇੰਟੈਲੈਕਚੁਅਲ ਦਾ, ਐਜੂਕੇਸ਼ਨਿਸਟ ਦਾ ਕੰਮ ਹੈ ਕਿ ਇਹਨੂੰ ਪਰਫੈਕਟ ਲਾਈਨ ਤੇ, ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿੰਨੀ ਕੁ ਜਲਦੀ ਕਰ ਸਕਦੇ, ਮੈਂ ਹਾਂ ਕਿਹਾ, ਮੈਂ ਕਦੋਂ ਪਹਿਲਾਂ ਕਿਹਾ ਨਹੀਂ ਕਿਹਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਦੀ ਵੀ ਉਹਦੇ ਤੇ ਕਿਸੇ ਗੱਲ ਤੇ ਕੰਪਰੋਮਾਈਜ਼। ਮੈਨੂੰ ਕਹਿੰਦੇ ਵੀ 20 ਨੰਬਰ ਜਿਹੜੇ ਆ ਉਹ ਇੰਟਰਵਿਊ ਦੇ ਹੁੰਦੇ ਆ। ਮੈਨੂੰ ਬਹੁਤ ਬੰਦਿਆਂ ਨੇ ਕਿਹਾ ਅੱਛਾ ਉੱਥੇ ਮੈਨੂੰ ਲੱਗਦਾ ਕਰਪਸ਼ਨ ਆ, ਉੱਥੇ ਮੈਨੂੰ ਲੱਗਦਾ ਫੇਵਰੇਟਿਜ਼ਮ ਆ, ਮੈਂ ਉਹ ਕੱਢ ਦਿੱਤੇ। ਮੈਂ ਕਿਹਾ ਜੋ ਮੈਰਿਟ ਤੇ, ਔਰ ਦੂਸਰੀ ਗੱਲ ਆ ਇਹਦੀ ਜਿਹੜੀ ਪਲੇਸਮੈਂਟ ਦੀ ਗੱਲ ਹੈ, ਜਿਹੜੀ ਪਹਿਲਾ ਹੈਂਡੀਕੈਪ, ਦੂਜਾ ਜੇ ਕੋਈ ਵਿਡੋ ਆ, ਇੱਕ ਅੱਧੀ ਹੋਰ ਕੈਟਾਗਰੀ ਆ ਜੇ ਕੋਈ ਕਪਲ ਕੇਸ ਆ, ਉਹਦੇ ਤੋਂ ਇਲਾਵਾ ਪਿਓਰਲੀ ਮੈਰਿਟ ਹੈਗੀ ਆ ਵੀ ਜਿਹੜੀ ਮੈਰਿਟ ਤੇ ਜਿਹਨੂੰ ਜਿਹੜਾ ਸਟੇਸ਼ਨ ਚਾਹੀਦਾ ਉਹ ਲੈਣਾ। ਹੁਣ ਇਦੋਂ ਟਰਾਂਸਪੇਰੈਂਟ ਤਾਂ ਮੇਰਾ ਖਿਆਲ ਹੈ ਵੀ ਕੰਮ ਕੀਤਾ ਨਹੀਂ ਜਾ ਸਕਦਾ। ਔਰ ਇੱਕ ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆ ਜਿਹੜਾ ਸਾਡਾ 32,000 ਦੀ ਭਰਤੀ ਵਾਲਾ, ਜੇ ਤੁਸੀਂ ਕਿਤੇ ਕੋਈ 4-5 ਜਣੇ ਇਨੀਸ਼ੀਏਟਿਵ ਲਓ, ਕਿਉਂਕਿ ਯਾਰ ਯੂ ਆਰ ਦਾ 4th ਪਿਲਰ ਆਫ ਡੈਮੋਕ੍ਰੇਸੀ, ਤੁਸੀਂ ਜੇ ਕਿਤੇ ਇਹ ਇਨੀਸ਼ੀਏਟਿਵ ਲਾਓ ਨਾ, ਆਪਾਂ ਇਹਨਾਂ ਨੂੰ ਬਿਠਾ ਲਓ, ਤੁਸੀਂ ਸਮਝ ਕੇ ਮੈਨੂੰ ਦੱਸ ਦਿਓ, ਮੈਂ ਉਹ ਕਰ ਦੂੰ। ਪੀਜੀ ਇੰਡੈਕਸ ਨੂੰ ਤੁਸੀਂ ਇਹ ਕਹਿ ਰਹੇ ਹੋ ਰੈਫਰੈਂਸ ਦੇ ਕੇ ਕਿ ਅਸੀਂ ਨੰਬਰ 1 ਹੈ, ਲੇਕਿਨ ਅਗਰ ਕੁਆਲਿਟੀ ਐਜੂਕੇਸ਼ਨ ਦੇਖੀਏ, ਪੀਜੀ ਇੰਡੈਕਸ ਦੇ ਵਿੱਚ ਅਸੀਂ ਬਿਹਾਰ ਤੋਂ ਵੀ ਪਿੱਛੇ ਆ, ਸਾਡਾ 27ਵਾਂ ਨੰਬਰ ਹੈ ਜੀ। ਇਹ ਬੇਸਿਕਲੀ ਇਹਨਾਂ ਦੀ ਜਿਹੜੀ ਗੱਲ ਕਰਦੇ ਨਾ ਤੁਸੀਂ, ਦੇਖੋ ਆ ਹੁਣ ਸਾਡਾ ਇਹ ਜਿਹੜੇ ਐਗਜ਼ਾਮ ਹੋਏ ਆ 12 ਨਵੰਬਰ ਨੂੰ, ਉਹਦੇ ਰਿਜ਼ਲਟ ਵੀ ਆ ਜਾਣੇ ਆ, ਸ਼ਾਇਦ ਉਹ ਇਲੈਕਸ਼ਨ ਤੋਂ ਪਹਿਲਾਂ ਹੀ ਆ ਜਾਣ, ਕਿਉਂਕਿ ਇਲੈਕਸ਼ਨ ਵਾਲੀ ਗੱਲ ਕਰਦੇ, ਹੋਰ ਗੱਲ ਕੋਈ ਨਹੀਂ ਕਰਦੇ। ਪ੍ਰਗਟ ਜੀ ਸਿੱਖਿਆ ਵਿਭਾਗ ਮਨਜਿੰਦਰ ਸਿੰਘ ਸਿਰਸਾ ਜੀ ਅੱਜ ਬੀਜੇਪੀ ਜੁਆਇਨ ਕਰ ਗਏ ਨੇ, ਅਕਾਲੀ ਦਲ ਲੀਡਰ ਦਿੱਲੀ ਦੇ ਵਿੱਚ। ਪਰਮਿੰਦਰ ਬਰਾੜ ਵੀ ਪੋਲੀਟੀਕਲ ਹੈ ਕੁਐਸਚਨ, ਪੋਲੀਟੀਕਲ ਐਜੂਕੇਸ਼ਨ ਇਸ ਤੋਂ ਹਟ ਕੇ ਹੈ ਸਰ ਥੋੜਾ ਜਿਹਾ, ਇਹ ਵੀ ਜ਼ਰੂਰ ਇਸ ਬਾਰੇ ਦੱਸੋ। ਹਾਂ ਬਸ ਕਰੀਏ ਹੁਣ। ਪੋਲੀਟੀਕਲ ਕੁਐਸਚਨ ਇਹਦੇ ਉੱਪਰ ਰਿਐਕਸ਼ਨ ਦੇ ਦਿਓ ਸਰ। ਮਨਜਿੰਦਰ ਸਿੰਘ ਸਿਰਸਾ ਜੁਆਇਨ ਕਰ ਗਿਆ, ਅੱਜ ਬੀਜੇਪੀ ਜੁਆਇਨ ਕਰ ਗਿਆ, ਇਸ ਅਕਾਲੀ ਦਲ ਛੱਡ। ਪਹਿਲਾਂ ਪਰਮਿੰਦਰ ਬਰਾੜ ਵੀ ਜਿਹੜੇ ਸੀਗੇ ਉਹ ਅਕਾਲੀ ਦਲ ਤੇ ਸੀਗੇ, ਫਿਰ ਕਾਂਗਰਸ ਚ ਆਏ, ਹੁਣ ਉਹ ਵੀ ਬੀਜੇਪੀ ਚਲੇ ਗਏ। ਮਨਜਿੰਦਰ ਸਿੰਘ ਸਿਰਸਾ
ਕਿ ਜਿਹੜੇ ਕਿ ਨਾ ਉਹ ਵੀ ਹੁਣ ਬੀਜੇਪੀ ਚੱਲ ਰਹੇ ਨੇ। ਤੇ ਚੰਗੀ ਗੱਲ ਹੈ ਯਾਰ, ਇਹਦੇ ਚ ਕੀ ਗੱਲ ਹੈ? ਇਹ ਮੌਸਮ ਹੈਗਾ ਅਦਲਾ ਬਦਲੀ ਦਾ, ਇਸ ਮੌਸਮ ਦੇ ਵਿੱਚ प्रताप ਜੇ सिंह बाजवा साहब की भी खबर है सर, वो भी जा सकते हैं। हाँ जी। बातचीत चल रही है प्रताप सिंह बाजवा साहब। देखो यार, आप ना अक्रॉस द पार्टी लाइन आपकी सबसे मुलाकात होती है तो आपको ज्यादा इन्फॉर्मेशन होती है, मेरे को तो होती नहीं ਪੰਕਜ है। ਜੀ, ਜਿਸ ਢੰਗ ਦੇ ਨਾਲ ਧਰਨੇ ਲੱਗੇ ਹੋਏ ਨੇ, ਤੁਹਾਡੇ ਘਰ ਦੇ ਬਾਹਰ ਹੋ ਰਹੇ ਨੇ, ਟਾਵਰਾਂ ਤੇ ਟੈਂਕੀਆਂ ਤੇ ਚੜੇ ਹੋਏ ਨੇ, ਪੰਜਾਬ ਦੇ ਵਿੱਚ ਇੱਕ ਕਹਾਵਤ ਸ਼ੁਰੂ ਹੋ ਗਈ, ਕਹਿੰਦੇ ਕਿਸੇ ਦਾ ਬੀਪੀ ਵਧਾਣਾ ਹੋਏ ਤੇ ਉਸ ਨੂੰ ਸਿੱਖਿਆ ਵਿਭਾਗ ਦੇ ਦਿਓ। ਬੀਪੀ ਤੁਹਾਡਾ ਠੀਕ ਹੈ? ਨਾ ਨਾ ਨਾ, ਮੈਂ ਤਾਂ ਯਾਰ ਪਰਫੈਕਟਲੀ ਆਉਂਦਾ, ਇਹ ਮੈਂ ਚੁਣ ਕੇ ਲਿਆ ਯਾਰ, ਕਿਸੇ ਨੇ ਤਾਂ ਲੈਣਾ ਸੀ ਨਾ, ਕਿਸੇ ਨੇ ਤਾਂ ਇਹਦੇ ਤੇ ਕੰਮ ਕਰਨਾ ਸੀ, ਕਿਉਂਕਿ ਮੈਂ ਤਾਂ ਅਸਲੀ ਗੱਲ ਹੈ, ਸਾਡੇ ਹੀ ਬੱਚੇ ਆ, ਨੌਕਰੀ ਦੀ ਜ਼ਰੂਰਤ ਹੈਗੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਮੈਂ ਹਮੇਸ਼ਾ ਚੈਲੰਜ ਐਕਸੈਪਟ ਕਰਦਾ ਹੁੰਦਾ ਕਿ ਯਾਰ ਅਸੀਂ 4 ਘੱਟ ਸੜਕਾਂ ਬਣਾ ਲਾਂਗੇ ਕੋਈ ਗੱਲ ਨਹੀਂ, ਲੇਕਿਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜੇ ਸਮੇਂ ਦਾ ਹਾਣੀ ਬਣਾਉਣ ਦੇ ਵਿੱਚ ਸਕਸੈਸਫੁਲ ਹੋ ਗਏ, ਉਹ ਮੈਂ ਸਮਝਦਾ ਥੋੜੀ ਬਹੁਤੀ ਮੇਰੀ ਕੰਟਰੀਬਿਊਸ਼ਨ ਹੈ। ਇਸ ਕੰਮ ਦੇ ਵਿੱਚ ਕਿਆ ਥੱਲੇ ਰਹਿ ਜਾਣਗੇ ਜਿਹੜੇ ਅੱਜ ਟੈਂਕੀਆਂ ਤੇ ਚੜੇ ਨੇ, ਜਿਹੜੇ ਟਾਵਰਾਂ ਤੇ ਚੜੇ ਨੇ? ਦੇਖੋ ਡੈਮੋਕ੍ਰੇਸੀ ਦੇ ਵਿੱਚ ਇੱਕ ਪ੍ਰੋਟੈਸਟ ਦਾ ਨਜ਼ਰੀਆ ਹੈਗਾ, ਪ੍ਰੋਵਾਈਡਡ ਆਮ ਲੋਕਾਂ ਨੂੰ ਉਹਦਾ ਕਿਤੇ ਨਾ ਕਿਤੇ ਖਮਿਆਜਾ ਨਾ ਭੁਗਤਣਾ ਪਵੇ। ਦੂਸਰੀ ਗੱਲ ਹੈ ਉਹਦੀ ਗੱਲ ਦੀ ਸੁਣਵਾਈ ਹੋਵੇ। ਇੱਕ ਟੈਂਕੀ ਤੇ ਚੜਿਆ ਸੀ, ਉਹਦੇ ਨੰਬਰ 22 ਸੀ, ਮੇਰੇ ਕੋਲ ਇੱਕ ਯੂਨੀਅਨ ਆਈ, ਮੈਂ ਉਹਦਾ ਪਹਿਲਾਂ ਪਤਾ ਕਰਾ ਲਿਆ ਸੀ, ਮੈਂ ਕਿਹਾ 22 ਨੰਬਰ ਵਾਲੇ ਨੂੰ ਤਾਂ ਮੈਂ ਟੈਂਕੀ ਤੋਂ ਨਹੀਂ ਲਾਉਂਦਾ, ਚਾਹੇ ਜੋ ਮਰਜ਼ੀ ਹੋਵੇ, ਉਹਨੂੰ ਕਹ ਜਿੱਥੇ ਮਰਜ਼ੀ ਜਾ। ਮੈਂ ਨਹੀਂ ਕਦੀ, ਮੈਂ ਜਿੱਥੇ ਵੀ ਖੜਾ ਹੋਇਆ, ਜੇ ਉਹ ਲੌਜੀਕਲੀ ਠੀਕ ਆ, ਮੈਂ ਕੰਪਰੋਮਾਈਜ਼ ਨਹੀਂ ਕਰਦਾ। ਇਹਦਾ ਮਤਲਬ 22 ਨੰਬਰਾਂ ਵਾਲਾ ਤਾਂ ਕਦੀ ਸਕੂਲੇ ਵੜਿਆ ਹੀ ਨਹੀਂ, ਉਹ ਤਾਂ ਕੰਧ ਤੇ ਰਿਹਾ। सर, अरविंद केजरीवाल जी ने अभी ट्वीट किया है, उनका कहना है कि मुख्यमंत्री चरणजीत सिंह चन्नी ने उनके रंग पर टिप्पणी की है और उन्होंने काला कहा है, और वो कह रहे हैं कि कभी कपड़ों पर टिप्पणी करते हैं, कभी रंगत पर। नहीं देखो, मेरा ख्याल ऐसी कोई बात नहीं है। देखो ये तो हम तो सारे ही बेसिकली काले हैं, क्योंकि गोरे तो चले गए, लेकिन जो काम हमारा है वो अच्छा होना चाहिए, अच्छे दिल का होना चाहिए। आपने कहा सर कि दिल्ली के स्कूलों में दाखिला कम हो रहा है, पंजाब में बढ़ रहा है, कहीं दिल्ली वाले पंजाब तो नहीं आए बच्चे? यार जब हेल्थ वाला इशू था ना कोविड का, मैंने जलंधर 50 लोगों को बेड दिलाए थे। मेरे को नहीं पता था कि ये दिल्ली का ये मॉडल है, मेरे को नहीं पता था। मेरा ख्याल है कि कौन सा, आप चेक कर लेना, रिकॉर्ड आरटीआई में ले लेना कि दिल्ली से कितने लोग पंजाब में कोविड के टाइम, क्योंकि वहां तो लाशें उठाने वाला कोई नहीं था। ये केजरीवाल जी तो बेसिकली देखो भोला सा चेहरा है, ठीक है ना, बात ऐसी करते हैं कि शायद इनको पता ही कुछ नहीं है। ਮੰਤਰੀ ਸਾਹਿਬ ਸਰ, ਮੰਨ ਲਿਆ ਤੁਸੀਂ ਕਿਹਾ ਵੀ ਚੋਣਾਂ ਲੈ ਕੇ ਵੜ ਗਏ ਸਕੂਲ ਦੇ ਵਿੱਚ, ਧੱਜੀਆਂ ਆਈਆਂ ਕੋਵਿਡ ਦੀਆਂ, ਪਰ ਸਾਫ਼ ਸਫਾਈ ਨੂੰ ਲੈ ਕੇ ਤਾਂ ਤੁਸੀਂ ਉਹਨਾਂ ਨੂੰ ਐਕਸਕਿਊਜ਼ ਦੇਤਾ ਨਾ, ਬੋਲਣ ਦਾ ਮੌਕਾ ਦਿੱਤਾ। ਉੱਥੇ ਟਾਇਲਟਸ ਦਾ ਕੀ ਹਾਲ ਯਾਰ ਮੈਂ ਕਹਿਣ ਡਿਆ ਕਮੀਆਂ ਹੈਗੀਆਂ, ਮੈਂ ਕਦੋਂ ਕਿਹਾ ਵੀ ਸਾਡੇ ਸਾਰੇ ਸਕੂਲ 5 ਸਟਾਰ ਹੈ? ਕਿਤੇ ਘਰ ਦੇ ਵਿੱਚ ਵੀ 19,322 ਸਕੂਲ ਹੈ। ਕਿਤੇ ਆਪਾਂ ਚੱਲੀਏ ਭੂਆ, ਮੈਂ ਤੁਹਾਨੂੰ ਲੈ ਕੇ ਚੱਲੂ, ਮੈਂ ਵੀ ਖੁਦ ਪਹਿਲੀ ਵਾਰੀ ਉਦੋਂ ਗਿਆ ਸੀ ਜਦੋਂ ਉੱਥੇ ਇਲੈਕਸ਼ਨ ਸੀਗੀ। ਬੇੜੀਆਂ ਵਾਲਾ ਪੁਲ ਆ, ਦੂਸਰਾ ਪੁਲ ਵੀ ਹੈ, ਉੱਥੇ ਵੀ ਟੀਚਰ, ਸਾਡੀ ਜਿਹੜੀ ਆਨਲਾਈਨ ਟ੍ਰਾਂਸਫਰ ਪਾਲਿਸੀ ਆ, ਸਾਡਾ ਬਾਰਡਰ ਏਰੀਏ ਦਾ ਅਸੀਂ ਕੈਡਰ ਤਿਆਰ ਕੀਤਾ, ਉਹਦੇ ਵਿੱਚ ਉਹਨਾਂ ਬੱਚਿਆਂ ਨੂੰ ਔਡ ਟਾਈਮ ਦੇ ਵਿੱਚ ਸਾਡੇ ਟੀਚਰ ਜਿਹੜੇ ਆ, ਹੋ ਸਕਦਾ 2-4-5% ਦੀ ਸਮੱਸਿਆ ਹੋਵੇ, ਲੇਕਿਨ ਮੈਂ ਉਹਨਾਂ ਟੀਚਰ ਨਾਲ, ਤੁਸੀਂ ਕਦੀ ਟੀਚਰ ਦੀ ਜ਼ਿੰਦਗੀ ਨੂੰ ਦੇਖੋ ਤਾਂ ਸਹੀ ਕਿਤੇ ਨੇੜਿਓਂ ਹੋ ਕੇ, ਕਿਉਂਕਿ ਇਸ ਦੇਸ਼ ਨੂੰ ਅਗਰ ਕੋਈ ਸਭ ਤੋਂ ਵਧੀਆ ਡਿਵੈਲਪ ਕਰਦਾ ਉਹ ਟੀਚਰ ਕਰਦਾ ਹੈਗਾ। ਆਪਾਂ ਸਾਰੇ ਬਾਅਦ ਚ ਆਉਂਦੇ ਆ, ਅਜੇ ਪੇਰੈਂਟਸ ਵੀ ਬਾਅਦ ਚ ਆਉਂਦਾ, ਕਿਉਂਕਿ ਜਿੰਨਾ ਟੀਚਰ ਮਿਹਨਤ ਕਰਦਾ ਹੈਗਾ। ਤੇ ਮੈਂ ਉਹਨਾਂ ਟੀਚਰਾਂ ਦੀ ਇਹ ਆਣ ਕੇ ਦਿੱਲੀ ਵਾਲੇ ਪਟਪਟ ਗੰਜੀਏ, ਮੈਂ ਇਹਨਾਂ ਕੋਲੋਂ ਤੋਹੀਨ ਕਰਾਵਾਂ, ਉਹਨਾਂ NRIs ਦੀ ਤੋਹੀਨ ਕਰਾਵਾਂ, ਉਹਨਾਂ ਪੰਜਾਬੀਆਂ ਦੀ ਤੋਹੀਨ ਕਰਾਵਾਂ। ਪੰਜਾਬੀ ਹਮੇਸ਼ਾ ਬੇਸਿਕਲੀ ਇੱਕ ਉਹ ਕੌਮ ਹੈਗੀ ਆ ਜਿਹੜੀ ਹਮੇਸ਼ਾ ਪ੍ਰਾਈਡ ਤੇ ਜਿੰਦੀ ਆ, ਇਸ ਕਰਕੇ ਇਹ ਸਾਡੀ ਉਸ ਇਮੋਸ਼ਨ ਨੂੰ ਨਾ ਟੱਚ ਕਰਨ। ਥੈਂਕ ਯੂ।